ਅੱਜ ਆਪਾਂ 520 अंग तो ज्ञान शुरू करन लगे हैं जी। 520 ये 10ਵੀਂ ਜਿਹੜੀ हैगी पौड़ी। उस तो पहला श्लोक पंजवीं पातशाही दे वार दे उन्हां दे श्लोक गुजरी दी वार राग गुजरी दे विच। श्लोक महला पंजवां। बार विडानड़ा हुमस तुमस कूकां पईयां राही तौ शै चरणी तौ शै सेती लगड़ी डोरी नानक आनंद सेती बन गाही। बार विडानड़ा हुमस तुमस कूकां पईयां राही। ਇਹਦੇ ਵਿੱਚ ਪੰਜਵੀਂ ਪਾਤਸ਼ਾਹੀ ਦੱਸ ਰਹੇ ਆਪਾਂ ਨੂੰ ਸਾਧ ਸੰਗਤ ਜੀ, ਆਪਾਂ ਜਿਹੜੇ ਹੈਗੇ ਆ ਆਪਾਂ ਬਾਰ ਵਿਡਾਨੜਾ ਦੇ ਉੱਤੇ ਹੈਗੇ ਆ, ਬਗਾਨੀ ਜੂਹ ਦੇ ਵਿੱਚ ਹੈਗੇ ਆ ਆਪਾਂ। ਇਹ ਜਿੱਥੇ ਦੁਨੀਆ ਦੇ ਵਿੱਚ ਹੈਗੇ ਆ ਇਹ ਬਨ ਜਿਹੜਾ ਹੈਗਾ ਹਰਿਆਵਲਾ ਨਜ਼ਰ ਆਉਂਦਾ ਹੈ ਆਪਾਂ ਨੂੰ। ਇਹ ਤਰ੍ਹਾਂ ਤਰ੍ਹਾਂ ਦੇ ਜਿਹੜੇ ਹੈਗੇ ਇਹਦੇ ਵਿੱਚ ਜਿਹੜੇ ਹੈਗੇ ਆ ਫਲ ਲੱਗੇ ਹੋਏ, ਤਰ੍ਹਾਂ ਤਰ੍ਹਾਂ ਦੇ ਮਾਇਆ ਦੇ ਫਲ। ਇਹ ਬੜੀ ਹੁਮਸ ਧੁਮਸ ਹੋ ਰਹੀ ਹੈ ਇਹਦੇ ਵਿੱਚ, ਤ੍ਰਿਸ਼ਨਾ ਇੰਨੀ ਔਰ ਧੂਮ ਧਾਮ ਸਾਰੇ ਲੱਗੇ ਹੋਏ ਆ, ਸਾਰੇ ਸਵਾਦਾਂ ਦੇ ਵਿੱਚ ਲੱਗੇ ਆ, ਫਲਾਂ ਨੂੰ ਤੋੜ ਤੋੜ ਕੇ ਖਾਈ ਜਾਂਦੇ ਸਾਰੇ ਦੇ ਸਾਰੇ। ਕੂਕਾਂ ਪਈਆਂ ਰਾਹੀਂ ਔਰ ਇਹਦੇ ਵਿੱਚ ਜਿਹੜੇ ਹੈਗੇ ਇਹ ਰਸਤੇ ਦੇ ਵਿੱਚ ਜਿਹੜੇ ਹੈਗੇ ਆ ਦੁੱਖ ਔਰ ਸੁੱਖ ਜਿਹੜੇ ਹੈਗੇ ਇਹਦੇ ਵਿੱਚ ਜਿਹੜਾ ਹੈਗਾ ਕਈ ਦੁਖੀ ਹੈਗੇ ਆ, ਰਾਹ ਹੀ ਨਹੀਂ ਲੱਭਦਾ, ਗਲਤ ਜਿਹੜੇ ਹੈਗੇ ਭੂਲ ਭੁਲਈਆ ਦੇ ਵਿੱਚ ਫਸੇ ਪਏ ਆ। ਬੰਨ ਦੇ ਵਿੱਚ ਜਿਹੜੇ ਹੈਗੇ ਉਹਨਾਂ ਨੂੰ ਪਤਾ ਹੀ ਨਹੀਂ ਜਾਣਾ ਕਿੱਧਰ ਹੈ ਤੇ ਕਰਨਾ ਕੀ ਆ। ਹੈ ਇਹ ਬਗਾਨੀ ਜੂ, ਇਹ ਜਿਹੜਾ ਹੈਗਾ ਇਹ ਆਪਣਾ ਜਿਹੜਾ ਹੈਗਾ ਇੱਥੇ ਆਪਾਂ ਸਿਰਫ ਜਿਹੜਾ ਹੈਗਾ ਆਪਾਂ ਨੂੰ ਇਹ ਖੇਤ ਮਿਲਿਆ ਹੋਇਆ, ਸਰੀਰ ਮਿਲਿਆ ਹੋਇਆ ਆ ਔਰ ਇਹ ਬਾਰੀ ਹੈ ਨਿਕਲਣ ਦੀ। ਔਰ ਇੱਥੇ ਆਪਾਂ ਜਿਹੜੇ ਹੈਗੇ ਮੌਜਾਂ ਦੇ ਵਿੱਚ, ਸਵਾਦਾਂ ਦੇ ਵਿੱਚ, ਪਦਾਰਥਾਂ ਦੇ ਵਿੱਚ ਫਸੇ ਪਏ। ਬਾਰ ਵਿਡਾਨੜਾ ਬਗਾਨੀ ਜੂਹ ਦੇ ਵਿੱਚ, ਬਗਾਨੇ ਬਾਰ ਤੇ ਬਗਾਨੇ ਦਰ ਦੇ ਉੱਤੇ ਹੁਮਸ ਧੁਮਸ ਬੜੀ ਹੁਮ ਤੁਮ ਬੜੀ ਜ਼ਿਆਦਾ ਜਿਹੜੀ ਹੈਗੀ ਸ਼ੋਰ ਸ਼ਰਾਬਾ। ਕੂਕਾਂ ਪਈਆਂ ਰਾਹੀਂ, ਬੜੀਆਂ ਕੂਕਾਂ ਪੈ ਰਹੀਆਂ ਭਾਈ ਇਹ ਰਾਹ ਦੇ ਵਿੱਚ, ਅਲੱਗ ਅਲੱਗ ਮਾਇਆ ਦੇ ਸਵਾਦਾਂ ਦੇ ਵਿੱਚ। ਤੌ ਸ਼ੈ ਸੇਤੀ ਲਗੜੀ ਡੋਰੀ ਨਾਨਕ ਆਨੰਦ ਸੇਤੀ ਬਨ ਗਾਹੀ। ਮਹਾਰਾਜ ਕਹਿੰਦੇ ਆ ਅਭਿਆਸੀ ਜਿਹੜੇ ਹੁੰਦੇ ਆ, ਜਿਹੜੀ ਭਗਤੀ ਕਰਨ ਵਾਲੇ ਹੁੰਦੇ, ਜਿਨ੍ਹਾਂ ਦੀ ਡੋਰ ਤੇਰੇ ਨਾਲ ਜੁੜ ਜਾਂਦੀ ਹੈ, ਜਿਨ੍ਹਾਂ ਦੀ ਸੁਰਤ, ਜਿਨ੍ਹਾਂ ਦਾ ਧਿਆਨ ਜਿਹੜਾ ਮਾਲਕ ਪਰਮਾਤਮਾ ਦੇ ਨਾਲ, ਆਤਮਾ ਦੇ ਨਾਲ, ਜਿਨ੍ਹਾਂ ਦੀ ਸੁਰਤ ਜਿਹੜੇ ਆਤਮਾ ਵੱਲ ਨੂੰ ਗਤੀ ਕਰਦੇ ਆ, ਕਹਿੰਦੇ ਉਹ ਤਾਂ ਆਨੰਦ ਦੇ ਨਾਲ ਜਿਹੜਾ ਇਹ ਬਨ ਨੂੰ ਜਿਹੜਾ ਹੈਗਾ ਇਸ ਤਰ੍ਹਾਂ ਗਾਉਂਦੇ ਆ ਜਿਸ ਤਰ੍ਹਾਂ ਕਿ ਉਹਨਾਂ ਨੂੰ ਇੱਕ ਇੱਕ ਇਹ ਬਨ ਦੇ ਰਸਤਾ ਪਤਾ ਹੋਏ, ਉਹਨਾਂ ਨੂੰ ਸਹੀ ਰਸਤਾ ਪਤਾ ਹੋਏ। ਇਸ ਤਰੀਕੇ ਦੇ ਨਾਲ ਬੜੀ ਖੁਸ਼ੀ ਦੇ ਨਾਲ ਜੀਵਨ ਯਾਪਨਾ ਕਰਦੇ ਆ ਉਹ। ਨਾਨਕ ਸਤਿਗੁਰੂ ਭੇਟੀਏ, ਕਿਹੜੇ? ਜਿਨ੍ਹਾਂ ਨੂੰ ਗੁਰੂ ਭੇਟ ਜਾਂਦਾ ਹੈ, ਜਿਨ੍ਹਾਂ ਨੂੰ ਬ੍ਰਹਮ ਗਿਆਨ ਹੋ ਜਾਂਦਾ, ਜਿਨ੍ਹਾਂ ਨੂੰ ਆ ਗੁਰੂ ਦੀ ਮੱਤ ਮਿਲ ਜਾਂਦੀ ਹੈ, ਜੋ ਆਪਾਂ ਵਿਚਾਰ ਰਹੇ ਹਾਂ। ਨਾਨਕ ਸਤਿਗੁਰ ਭੇਟੀਏ ਪੂਰੀ ਹੋਵੇ ਜੁਗਤ, ਉਹਨਾਂ ਦੀ ਜੁਗਤੀ ਪੂਰੀ ਹੋ ਗਈ। ਹਸਣਦਿਆਂ ਖਿਲਣਦਿਆਂ ਪਹਿਨਣਦਿਆਂ ਖਵਣਦਿਆਂ, ਹੱਸਦੇ ਖੇਡਦੇ ਪਹਿਨਦੇ ਖਾਂਦੇ ਵਿੱਚ ਹੋਵੇ ਮੁਕਤ, ਵਿੱਚ ਹੀ ਮੁਕਤੀ ਹੋ ਜਾਂਦੀ ਹੈ ਭਾਈ। ਇਸ ਤਰੀਕੇ ਦੇ ਨਾਲ ਮਹਾਰਾਜ ਕਹਿੰਦੇ ਆ ਤੌ ਸ਼ੈ ਸੇਤੀ ਲਗੜੀ ਡੋਰੀ। ਇਹ ਬਾਣੀ ਨੇ ਕੀ ਕਰਨਾ ਹੈ? ਬਾਣੀ ਨੇ ਆਪਣਾ ਪ੍ਰੀਤ, ਆਪਣੀ ਡੋਰ ਜਿਹੜੀ ਹੈ ਮਾਲਕ ਪਰਮਾਤਮਾ ਦੇ ਨਾਲ, ਆਤਮਾ ਦੇ ਨਾਲ ਡੋਰ ਲਾ ਦੇਣੀ, ਆਪਣੀ ਖਿੱਚ ਆਤਮਾ ਦੇ ਨਾਲ ਬਣਾ ਦੇਣੀ। ਜਦ ਵਿਚਾਰ ਬੰਦ ਹੋ ਗਏ ਤੇ ਅਨਹਤ ਸ਼ਬਦ ਆਟੋਮੈਟਿਕਲੀ ਅੰਦਰ ਚੱਲ ਪੈਣੇ। ਉਹਨਾਂ ਨੇ ਆਪਾਂ ਨੂੰ ਖਿੱਚ ਲੈਣਾ ਹੈ, ਉਹਨਾਂ ਨੇ ਆਪਾਂ ਨੂੰ ਜਿਹੜਾ ਹੈਗਾ ਨਹੀਂ ਇੱਧਰ ਉੱਧਰ ਜਾਣ ਦੇਣਾ। ਤੌ ਸ਼ੈ ਸੇਤੀ ਲਗੜੀ ਡੋਰੀ ਨਾਨਕ ਆਨੰਦ ਸੇਤੀ ਬਨ ਗਾਹੀ। ਕਹਿੰਦੇ ਬੜੀ ਖੁਸ਼ੀ ਦੇ ਨਾਲ ਜਿਹੜਾ ਹੈਗਾ ਯਾਤਰਾ ਹੋ ਰਹੀ ਹੈ ਭਾਈ, ਮਾਇਆ ਦੇ ਨਾਲ, ਮਾਇਆ ਨੂੰ ਭੋਗਦੇ ਹੋਏ ਵੀ, ਮਾਇਆ ਨੂੰ ਯੂਜ਼ ਕਰਦੇ ਹੋਏ ਵੀ, ਔਰ ਪਰਮਾਤਮਾ ਦੇ ਵੱਲ ਧਿਆਨ ਸਿਮਰਨ ਜਿਹੜੀ ਹੈਗੀ ਸਵੇਰੇ ਸ਼ਾਮ ਦੀ ਭਗਤੀ
ਸੱਚ ਦੇ ਨਾਲ ਜੁੜਨ ਦੇ ਨਾਲ ਇਸ ਤਰ੍ਹਾਂ ਜਿਹੜਾ ਹੈਗਾ ਇਹ ਮਾਇਆ ਦੇ ਵਿੱਚ ਜਿਹੜਾ ਤਰ ਕੇ ਨਿਕਲ ਜਾਈਦਾ ਹੈ। ਹਾਂਜੀ ਸੁਖਵਿੰਦਰ ਜੀ। ਹਾਂਜੀ, ਇਹਦੇ ਚ ਦੇਖੋ ਉਹ ਦੱਸ ਰਹੇ ਆ ਕਿ ਵੀ ਤੁਸੀਂ ਬਗਾਨੇ ਥਾਂ ਤੇ, ਤੁਸੀਂ ਇੱਥੇ ਪਰਦੇਸੀ ਬਣ ਕੇ ਆਏ ਹੋ, ਇੱਥੇ ਧਰਮਸ਼ਾਲਾ ਦੇ ਵਿੱਚ ਆਏ ਹੋ ਤੁਸੀਂ ਕੁਝ ਦਿਨ ਬਸੇਰਾ ਕਰਨ ਵਾਸਤੇ। ਬਸ ਇਹ ਜਿਹੜੀਆਂ ਕੂਕਾਂ ਪੈ ਰਹੀਆਂ ਨਾ, ਇਹ ਕੂਕਾਂ ਇਸ ਕਰਕੇ ਪੈ ਰਹੀਆਂ ਕਿ ਉਹ ਕੁਝ ਥੋੜੇ ਕੁਝ ਮੋਮੈਂਟਰੀ ਕੁਝ ਸੁੱਖ ਆਇਆ, ਪਿੱਛੇ ਦੁੱਖ ਖੜਾ ਹੁੰਦਾ ਤੇ ਉਹ ਪੈ ਰਹੀਆਂ ਕੂਕਾਂ। ਫਿਰ ਉੱਥੇ ਲਈ ਜਾਂਦੇ ਲੋਕ, ਬਸ ਉਹਨਾਂ ਜੀ ਮਤਲਬ ਥੋੜਾ ਜਿਹਾ ਆਇਆ ਉਹ ਬੜੇ ਫੁੱਲ ਕੇ ਕੁੱਪਾ ਹੋ ਜਾਂਦੇ ਆ, ਉਹ ਥੋੜੇ ਜਿਹਾ ਦੁੱਖ ਆਇਆ ਤੇ ਫਿਰ ਚੀਕਾਂ ਪੈਂਦੀਆਂ, ਕੂਕਾਂ ਪੈਂਦੀਆਂ। ਕਿਉਂ? ਉਹਨਾਂ ਨੂੰ ਅਸਲ ਪਤਾ ਨਹੀਂ ਹੈ ਵੀ ਕੀ ਪਰਪਸ ਕੀ ਹੈ ਸਾਡਾ ਇੱਥੇ, ਮੈਂ ਕੌਣ ਆ, ਮੈਂ ਕੀ ਕਰਨ ਆਇਆ ਇਸ ਦੁਨੀਆ ਦੇ ਵਿੱਚ। ਆਪੇ ਕੂਕਾਂ ਪੈ ਰਹੀਆਂ ਬਾਹਰ। ਅੱਛਾ, ਜਿਹੜਾ ਅਸਲੀ ਸਾਡਾ ਜਿੱਥੋਂ ਅਸੀਂ ਆਏ ਆ, ਇਹ ਪ੍ਰਦੇਸ਼ ਦੇ ਵਿੱਚ ਬੈਠੇ ਆ, ਤੇ ਪਿੱਛੇ ਜਾਣਾ, ਅਸੀਂ ਮੁੜਨਾ ਆਪਣੇ ਵਾਪਸ ਆਪਣੇ ਘਰ ਨੂੰ। ਤੇ ਉਹ ਬਸ ਦੂਜੀ ਗੱਲ ਫਿਰ ਨਾਲ ਹੀ ਦੱਸ ਰਹੇ ਨੇ ਵੀ ਉਹ ਜਿਨ੍ਹਾਂ ਨੇ ਤੇਰੀ ਉਹ ਜਿਵੇਂ ਕਹਿੰਦੇ ਆ ਨਾ ਨਾਲ ਲਾ ਲਈ ਪ੍ਰੀਤ, ਤੇਰੇ ਚਰਨਾਂ ਦੇ ਨਾਲ ਪ੍ਰੀਤੀ ਜੁੜ ਗਈ ਜਿਨ੍ਹਾਂ ਨੇ ਪ੍ਰਗਟ ਕਰ ਲਿਆ ਨਾਮ ਨੂੰ, ਉਹ ਤਾਂ ਕਹਿੰਦੇ ਫਿਰ ਉਹ ਆਨੰਦ ਦੇ ਵਿੱਚ, ਉਹ ਕਹਿੰਦੇ ਜਿਵੇਂ ਬੰਨ ਦੇ ਵਿੱਚ ਉਹ ਤੁਰੇ ਜਾਂਦੇ ਮਸਤ ਮੌਲੇ ਹੋ ਕੇ, ਉਹ ਤਾਂ ਗਾਲਤਾ ਉਹਨਾਂ ਨੇ ਸਾਰਾ। ਉਹ ਸਹੀ ਰਸਤੇ ਤੇ ਤੁਰੀ ਜਾ ਰਹੇ, ਉਹਨਾਂ ਨੂੰ ਸਹੀ ਰਸਤੇ ਤੇ ਆ ਗਏ, ਰਸਤਾ ਸਹੀ ਪਤਾ ਹੈ ਉਹਨਾਂ ਨੂੰ ਵੀ ਬੰਨ ਦੇ ਵਿੱਚੋਂ ਦੀ ਜਾਣਾ ਕਿੱਧਰ ਨੂੰ ਆ, ਜਾਣਾ ਕਿਵੇਂ ਹੈ ਜੀ। ਹਾਂ ਦੇਖੋ ਕਮਾਲ ਦਾ ਗਿਆਨ ਹੈ। ਤੇ ਚਲੋ ਜੀ ਠੀਕ ਹੈ ਜੀ, ਮਾਲਕ ਕਿਰਪਾ ਕਰੇ ਸਾਰੇ ਅਸੀਂ ਇਸੇ ਰਸਤੇ ਤੇ ਆ ਦੇਖੋ ਪਾਉਂਦੀਆਂ, ਅਸੀਂ ਸਾਡੇ ਮਨ 'ਚ ਇੱਛਾ ਜਾਗੀ ਤਾਂ ਹੀ ਦੇਖੋ ਇਕੱਠੇ ਹੋਏ ਆ, ਸਬੱਬ ਬਣੇ ਆ ਨਾ। ਰਸਤਾ ਤਾਂ ਦੱਸਤਾ ਨਾ ਹੁਣ ਮਹਾਰਾਜ ਨੇ, ਦੇਖੋ ਸਾਰੇ ਤਾਂ ਧਿਆਨ ਸਿਮਰਨ ਕਰਦੇ ਆ, ਬਸ ਆਹੀ ਤਾਂ ਰਸਤਾ ਹੈਗਾ। ਚੱਲਣਾ ਪੈਣਾ ਜੀ ਵੀਰ ਜੀ। ਹਾਂ, ਬਾਰ ਪਰਾਏ ਆਪਣਾ ਸਾਈਂ ਮੁਝੇ ਨਾ ਦੇ। ਹਾਂ, ਬਾਹਰ ਪਰਾਏ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖਸੀ ਤੇ ਜੀਓ ਸ਼ਰੀਰੋਂ ਲੈ। ਇਹ ਮਹੱਲਾ ਪੰਜਵਾਂ। ਸੱਚੀ ਬੈਸਕ ਤਿਨਹਾ ਸੰਗੇ ਜਿਨ ਸੰਗੇ ਜਪੀਏ ਨਾਉ। ਕਹਿੰਦੇ ਅਸਲੀ ਬੈਠਕ, ਅਸਲੀ ਮਿੱਤਰ ਉਹ ਹੈਗੇ ਭਾਈ ਉਹਨਾਂ ਦੇ ਜਿਨ੍ਹਾਂ ਦੇ ਨਾਲ ਜਿਹੜਾ ਧਿਆਨ ਸਿਮਰਨ, ਜਿਨ੍ਹਾਂ ਦੇ ਨਾਲ ਸਾਧ ਸੰਗਤ, ਇਹ ਸੱਚੀ ਆਪਣੇ ਅਸਲੀ ਮਿੱਤਰ ਹੈਗੇ ਭਾਈ, ਅਸਲੀ ਰਿਸ਼ਤੇਦਾਰ ਹੈਗੇ ਸਾਰੇ ਦੇ ਸਾਰੇ, ਜਿਹਨਾਂ ਨੂੰ ਆਪਾਂ ਜਾਣਦੇ ਵੀ ਨਹੀਂ ਆ, ਫਿਰ ਵੀ ਦੇਖ ਲਓ ਰੋਜ਼ ਜਿਹੜੇ ਹੈਗੇ ਇਕੱਠੇ ਹੋ ਜਾਂਦੇ ਆ। ਸੱਚੀ ਬੈਸਕ ਤਿਨਹਾ ਸੰਗ, ਪਿਛਲੇ ਉਹਦੀ ਤਰ੍ਹਾਂ ਹੀ ਆ ਜੀ, ਜਿਨ੍ਹਾਂ ਸੰਦੜਿਆਂ ਦੁਰਮ ਤੋਂ ਵੰਝੇ ਮਿੱਤਰ ਸਾੜੇ ਸਹੀ। ਹਾਂ ਬਿਲਕੁਲ, ਸੱਚੀ ਬੈਸਕ ਤਿਨਹਾ ਸੰਗ ਜਿਨ ਸੰਗ ਜਪੀਏ ਨਾਉ, ਤਿੰਨ ਸੰਗੇ ਸੰਗ ਨਾ ਕੀਚਈ, ਨਾਨਕ ਜਿਨਾ ਆਪਣਾ ਸੁਆਉ। ਦੇਖੋ ਸੰਗ ਦੋ ਵਾਰੀ ਆਇਆ, ਇੱਕ ਵਾਰੀ ਗੱਗੇ ਦੀ ਸਿਹਾਰੀ, ਇੱਕ ਵਾਰੀ ਗੱਗੇ ਨਾ ਔਂਕੜ, ਇੱਕ ਵਾਰੀ ਨਾਉਨ ਆ, ਸੈਕੰਡ ਟਾਈਮ ਨਾਉਨ ਆ, ਇੱਕ ਵਾਰੀ ਜਿਹੜਾ ਹੈਗਾ ਕਿਰਿਆ ਟਾਈਪ ਆਇਆ ਹੈ। ਤਿੰਨ ਸੰਗੇ ਉਹਨਾਂ ਦੀ ਸੰਗਤ ਨਾ ਕਰੀ, ਤਿੰਨ ਸੰਗੇ ਸੰਗ ਉਹਨਾਂ ਦੀ ਸੰਗਤ ਨਾ ਕਰੀ, ਨਾ ਕੀਚਈ, ਨਾਨਕ ਜਿਨ੍ਹਾਂ ਆਪਣਾ ਸੁਆਵ। ਜਿਨ੍ਹਾਂ ਦਾ ਆਪਣੀ ਗਰਜ ਹੈਗੀ ਆ, ਜਿਹੜੇ ਆਪਣੀ ਗਰਜ ਵਾਸਤੇ ਤੇਰੇ ਕੋਲ ਆਉਂਦੇ ਆ, ਉਹਨਾਂ ਨੂੰ ਸਾਵਧਾਨ ਰਹੀ, ਉਹਨਾਂ ਤੋਂ, ਉਹਨਾਂ ਦੇ ਨਾਲ ਜ਼ਿਆਦਾ ਸਮਾਂ ਨਾ ਬਿਤਾਈ। ਸੱਚੀ ਬੈਸਕ ਤਿਨਹਾ ਸੰਗੇ ਜਿਨ ਸੰਗੇ ਜਪੀਏ ਨਾਉ। ਅਸਲੀ ਬੈਸਕ ਉਹਨਾਂ ਦੇ ਨਾਲ ਰੱਖੀ ਜਿਹਨਾਂ ਦੇ ਨਾਲ ਧਿਆਨ ਸਿਮਰਨ, ਜਿਹਨਾਂ ਦੇ ਨਾਲ ਭਗਤੀ ਕਰਨ ਦੇ ਗੇਅਰ ਲੱਗੇ ਤੇਰਾ। ਹਾਂਜੀ ਸੁਖਵਿੰਦਰ ਜੀ। ਬਿਲਕੁਲ ਜੀ। ਉਹ ਦੇਖੋ ਉਹ ਕਹਿੰਦੇ ਕਿ ਤਿੰਨ ਸੰਗੇ ਸੰਗ, ਉਹ ਉਹਨਾਂ ਸੰਗੀਆਂ ਦਾ ਸੰਗ ਨਾ ਕਰ ਬੈਠੀ ਕਿਤੇ। ਹਾਂ, ਜਿਹਨੇ ਆਪਣੇ, ਕਿਉਂ ਸਾਰੀ ਦੁਨੀਆ ਤਾਂ ਲੋੜਾਂ ਦੀ ਹੈ, ਦੇਖ ਲਓ ਜਿੱਧਰ ਮਰਜੀ ਨਜ਼ਰ ਮਾਰ ਕੇ ਦੇਖ ਲਓ, ਸਭ ਲੋੜਾਂ ਦੇ ਰਿਸ਼ਤੇ ਨੇ। ਵੀ ਮੈਨੂੰ ਇਹ ਤੋਂ ਕੀ ਫਾਇਦਾ, ਮੈਨੂੰ ਕੀ ਲੱਭਣਾ ਇਹ ਤੋਂ। ਅਸਲੀ ਸੱਚੀ ਬੈਠਕ ਕਹਿੰਦੇ ਉਹਨਾਂ ਦਾ ਸੰਗ ਕਰੀ ਜਿੱਥੋਂ ਉਹ ਤੈਨੂੰ ਵਾਪਸੀ ਦਾ ਰਸਤਾ ਦੱਸਣ, ਜਿਹੜੇ ਤੈਨੂੰ ਵੀ ਤੇਰਾ ਅਸਲੀ ਮੂਲ ਕੀ ਹੈ, ਤੂੰ ਕਿੱਥੋਂ ਮੂਲ ਤੋਂ ਟੁੱਟ ਕੇ ਆਇਆ ਹੈ, ਤੇ ਤੂੰ ਉੱਥੇ ਜੁੜਨਾ ਹੈ। ਤੇ ਉਹ ਜੁੜਨ ਦਾ ਤੈਨੂੰ ਥੋੜੇ ਬਹੁਤ ਇਸ਼ਾਰੇ ਕਰ ਰਹੇ ਹੈ, ਤੇ ਉਹ ਤੂੰ ਉਹਨਾਂ ਦੇ ਨਾਲ ਲੱਗ ਕੇ ਤੇ ਨਿਕਲ ਜਾ ਬਸ। ਜਿਨ੍ਹਾਂ ਦੇ ਨਾਲ ਭਗਤੀ ਕਰਨ ਨੂੰ ਜਿਹੜੀ ਹੈ ਆਪਾਂ ਨੂੰ ਉਤਸ਼ਾਹ ਪੈਦਾ ਹੋਏ, ਜਿੱਥੇ ਨਾਮ ਦੀ ਗੱਲ ਹੋਵੇ, ਜਿੱਥੇ ਜਪਣ ਦੀ ਗੱਲ ਹੋਵੇ, ਜਿੱਥੇ ਧਿਆਨ ਦੀ ਗੱਲ ਹੋਵੇ, ਜਿੱਥੇ ਸਿਮਰਨ ਦੀ ਗੱਲ ਹੋਵੇ, ਜਿੱਥੇ ਸਮਾਧਾਨ ਦੀ ਗੱਲ ਹੋਵੇ। ਸਮਾਧੀ ਸਮਾਧਾਨ ਹੀ ਹੈ, ਅਸੀਂ ਹੱਲ ਕਰ ਰਹੇ ਹਾਂ ਉਹ ਜਿਹੜੀ ਪਹੇਲੀ ਪਾਈ ਹੈ ਬਾਲਕ ਨੇ। ਬਸ ਤੇ ਅੱਗੇ ਜਿਹੜੀ ਹੈ ਪੌੜੀ ਆਈ। ਪੌੜੀ ਸਾ ਵੇਲਾ ਪਰਵਾਨ ਜਿਤ ਸਤਿਗੁਰ ਭੇਟਿਆ। ਬਸ ਕਹਿੰਦੇ ਉਹ
ਉਹ ਵੇਲਾ ਪ੍ਰਵਾਨ ਹੋ ਗਿਆ। ਕਹਿੰਦੇ ਜਦ ਆਪਾਂ ਨੂੰ ਕੋਈ ਬ੍ਰਹਮ ਗਿਆਨ ਮਿਲ ਗਿਆ, ਜਦ ਸਤਿਗੁਰੂ ਮਿਲ ਗਏ, ਬ੍ਰਹਮ ਗਿਆਨ ਆਪਾਂ ਨੂੰ ਲੱਭ ਗਿਆ, ਸਹੀ ਰਸਤੇ ਦਾ ਪਤਾ ਲੱਗਿਆ ਬਈ ਦੁਨੀਆ 'ਚ ਤਾਂ ਆਪਾਂ ਆਏ ਇਸ ਕੰਮ ਵਾਸਤੇ ਹੈਗੇ ਆ। ਜਦ ਪਤਾ ਲੱਗਿਆ ਵੀ ਆਪਾਂ ਹੈ ਕੌਣ, ਕਿੰਨੀ ਦੇਰ ਇੱਥੇ ਰਹਿਣਾ ਆ ਬ੍ਰਹਮ ਗਿਆਨੀਆਂ ਨੇ ਦੱਸਣਾ ਹੈ ਪਾਏ ਭਈ ਆਪਾਂ ਤਾਂ, ਤੂੰ ਹੈ ਕੌਣ। ਬਸ ਉਹੀ ਹੈ, ਉਸੇ ਨੂੰ ਲੱਭ ਲਾ ਪਾਈ ਜੋ ਤੂੰ ਹੈਗਾ ਆ, ਆਪਣਾ ਅਸਲੀ ਰੂਪ ਦੇਖ ਲਾ, ਇਸੇ ਦੇ ਵਾਸਤੇ ਤੂੰ ਆਇਆ ਆ। ਬਸ ਜਦ ਇਹ ਗਿਆਨ ਮਿਲ ਗਿਆ ਤੇ ਸਮਝ ਲਓ ਪਾਏ ਉਹ ਵੇਲਾ ਪ੍ਰਵਾਨ ਹੋ ਗਿਆ, ਮਾਲਕ ਦੇ ਦਰ ਤੇ ਐਕਸੈਪਟ ਹੋ ਗਿਆ। ਉਹ ਸਾ ਵੇਲਾ ਪ੍ਰਵਾਨ ਜਿਤ ਸਤਿਗੁਰ ਭੇਟਿਆ, ਹੋਆ ਸਾਧੂ ਸੰਗ ਫਿਰ ਦੁੱਖ ਨਾ ਤੇਟਿਆ। ਆ ਸਾਧੂ ਦੀ ਸੰਗਤ ਹੋ ਗਈ, ਗੁਰੂ ਦੀ ਸੰਗਤ ਹੋ ਗਈ, ਕਹਿੰਦੇ ਫਿਰ ਦੁੱਖ ਨਹੀਂ ਆਪਾਂ ਨੂੰ, ਆਪਾਂ ਦੁੱਖ ਦੇ ਤੇਟੇ ਦੇ ਤੇ ਨਹੀਂ ਚੜ੍ਹਦੇ ਭਾਈ। ਫਿਰ ਮਾਇਆ ਜਿਹੜੀ ਆਪਾਂ ਨੂੰ ਜਿਹੜੀ ਹੈਗੀ ਨਹੀਂ ਘੇਰ ਪਾਉਂਦੀ। ਪਾਇਆ ਨਿਹਚਲ ਥਾਨ ਫਿਰ ਗਰਭ ਨਾ ਲੇਟਿਆ, ਔਰ ਨਿਹਚਲ ਥਾਨ ਮਿਲ ਗਿਆ ਪਾਏ ਜਿਹੜਾ ਕਿ ਗਰਭ ਮੰਡਲ 'ਚ ਨਹੀਂ ਲੈ ਕੇ ਜਾਂਦਾ। ਫਿਰ ਗਰਭ ਮੰਡਲ 'ਚ ਨਹੀਂ ਜਾਂਦਾ ਇਨਸਾਨ, ਜੂਨਾਂ ਦੇ ਵਿੱਚ ਨਹੀਂ ਪੈਂਦਾ। ਫਿਰ ਨਦਰੀ ਆਇਆ ਇੱਕ ਸਗਲ ਬ੍ਰਹਮੇਟਿਆ, ਇੱਕ ਸਾਰੇ ਬ੍ਰਹਮ, ਸਾਰੇ ਸੰਸਾਰ ਦਾ ਮਾਲਕ ਜਿਹੜਾ ਹੈਗਾ ਉਹ ਪਤਾ ਲੱਗ ਗਿਆ ਭਾਈ ਇਹ ਸਾਰਾ ਸੰਸਾਰ ਤਾਂ ਉਸ ਮਾਲਕ ਪਰਮਾਤਮਾ ਦਾ ਰੂਪ ਹੈ, ਉਹਦੇ ਅੰਦਰ ਹੀ ਹੈ ਸਾਰਾ ਦਾ ਸਾਰਾ। ਇੱਕ ਨਜ਼ਰ ਆ ਗਿਆ, ਸਾਰਾ ਸੰਸਾਰ ਇੱਕ। ਨਦਰੀ ਆਇਆ ਇੱਕ ਸਗਲ ਬ੍ਰਹਮੇਟਿਆ, ਸਾਰਾ ਬ੍ਰਹਮ ਇੱਕੋ ਹੀ ਮਾਲਕ ਪਰਮਾਤਮਾ ਹੀ ਹੈ। ਤਤ ਗਿਆਨ ਲਾਏ ਧਿਆਨ ਦ੍ਰਿਸ਼ਟ ਸਮੇਟਿਆ, ਔਰ ਤਤ ਗਿਆਨ ਜਿਹੜਾ ਹੈਗਾ, ਤਤ ਗਿਆਨ ਆ ਗਿਆ ਭਾਈ, ਆਪਣੇ ਅੰਦਰ ਵੜ, ਆਪਣੇ ਵਿਚਾਰ ਬੰਦ ਕਰ, ਧਿਆਨ ਲਗਾ, अपनी दृष्ट विकारी बंधन बांधे हों तिसके बल जाई, पाप पुण्य की सार न जाने भूला फिरे अजाई। कहते समेट अपनी दृष्टि नूं, तत् ज्ञान लाए ध्यान दृष्टे समेटिया, सब्बो जपीए जाप जे मुखों बुलेटिया। बस कहते मूँह दे नाल वो जो भी बोलता है बस वो मालक की उस्तति हुंदी है, जाप ही हुंदा ਉਹਦੇ ਮੂੰਹ ਤੋਂ। बुलेटिया मतलब बोलते आ। हुक्मे बुझ निहाल सुख सुखेटिया, उन्हें हुक्म बुझ लिया पाए, हुक्म बुझ के प्रैक्टिकल करता है तो सुखी सुखी हो ही जाता है। परखे खजाने पाए से बौड़ ना खोटिया। इस तरह फिर वो एक खरा सोना हो जाता है, जब सारे अवगुण निकल जाते हैं, आत्मा लिशकारे मार दिया, मन तू जोत स्वरूप है, अपना मूल पछाण। बस कारण शरीर नष्ट हो गया सारा का सारा, जोत वो अमृत आ गया अंदर, मालक ने परख लिया, खजाने च पै जाता है फिर वो सिक्का खरा। दोबारा फिर जिहड़ा हैगा वो ता नहीं दिंदा मालक परमात्मा उन्होंने, दोबारा एक गेम नहीं पाउंदा। हाँ जी सुखविंदर जी। बिल्कुल ठीक है जी गल ये ते वो सारी कहंदे भी वो देखो कैसी घड़ी सी जदों मैनू ऐसे गुरमुख या सतगुरु जिन्हां तो ज्ञान आके जिथों मैनू इशारे मिले, वो ऐसी घड़ी सुलखनी सी। मैं तो नहीं तो मैं रुलदा ही फिरदा सी, मैनू पता ही नहीं सी मेरी जिंदगी की है, मैं कौन है, मैं की करना आया, मैनू तो पता ही नहीं सी। मैं तो एवें भोगां च उलझिया पिया सी, आ भी लै ला, ओ भी लै ला, आ भी खा ला, इत्थे भोग ला, आ भोग ला, है ना। वो कहते कैसा जबरदस्त मतलब मेरे को वो घड़ी कैसी साई घड़ी सुलखनी है ना जी, वो गुरबाणी चलदा वो जिद्दां कहंदे वो किस तरह दा समां सी जिहदे नाल मैनूं ओहदा जिस तरह मेरी सतगुरु या जिहड़ी आ हुण देखो किन्ने ब्रह्म ज्ञानी सतगुरु बैठे है इहदे अंदर गुरु ग्रंथ साहिब दे अंदर, कहंदे प्रमाण है। देखो समां कदों मैनूं ख्याल आया सी, मैं तां होर ही तरीके नाल ना समझी जांदा सी भी जद पढ़न नाल ही कोई गल बन जूगी। आ भेटण नाल देखो जिथों अंदर दा ज्ञान वो कार्रवाई करन नूं दसी उन्होंने, ते कहंदे फिर उन्हां दा संग होया जदों मैनूं वो परमात्मा ने ऐदां जदों मेरी सारा ज्ञान आया ते मैनूं साध संगत बख्शती उन्होंने। फिर मैं वो जिहड़ा वो सुख दे बाद दुख सी वो तां मैनूं देखना ही पै रिहा, हुण बस वो परमानेंट सुख हो गया। साधु संग फिर दुख ना तेटिया, वो नेड़े भी नहीं, नेड़े दुख दे घेरे च नहीं आया हुण मैं, बिल्कुल वो मैं निकल गया। ते वो फिर नाल देखो
ਫਿਰ ਕਹਿੰਦੇ ਮੈਨੂੰ ਨੇਚਲ ਥਾਨ ਦੇਖੋ ਫਿਰ ਮੈਨੂੰ ਥਾਨ ਫਿਰ ਗਰਭ ਨਾਲ ਲੇਟਿਆ, ਦੁਬਾਰਾ ਜੂਨਾ ਥੋੜੀ ਆਣਾ ਪਿਆ ਫਿਰ। ਬਿਲਕੁਲ ਉਹ ਨੇਚਲ ਜਿੱਥੇ ਉਹ ਪ੍ਰਮਾਤਮਾ ਨੇਚਲ ਹੈ, ਉਹ ਸੁਣਨ ਦੇ ਵਿੱਚ ਸੁਣ ਸਮਾ ਗਿਆ ਤੇ ਫਿਰ ਦੁਬਾਰਾ ਥੋੜੀ ਆਣਾ। ਉਹ ਮਾਲ ਜਿਹੜੀ ਹੈ ਨਾ, ਉਹ ਟਿੰਡ ਜਿਹੜੀ ਮਾਲ ਚੋਂ ਨਿਕਲ ਗਈ। ਬਿਲਕੁਲ। ਤੇ ਮੈਂ ਫਿਰ ਦੇਖਿਆ ਵੀ ਜਦੋਂ ਉਹਦੇ ਚ ਮਿਕਸ ਹੋ ਗਿਆ, ਕਹਿੰਦੇ ਉਹ ਤਾਂ ਫਿਰ ਸਾਰੀ ਜਗ੍ਹਾ ਫਿਰ ਬ੍ਰਹਮ ਹੀ ਬ੍ਰਹਮ ਹੈ, ਸਾਰਾ ਉਹਦਾ ਹੀ ਤਾਂ ਰੂਪ ਹੈ, ਉਹ ਇੱਕੋ ਹੀ ਹੈ, ਉਹ ਸਾਰਾ ਬ੍ਰਹਮ ਦਾ ਹੀ ਤਾਣਾ ਬਾਣਾ ਹੈ, ਉਹ ਬ੍ਰਹਮ ਦਾ ਹੀ ਸਾਰਾ ਜਿਹਦੇ ਸਾਰੀ ਸ੍ਰਿਸ਼ਟੀ ਦੇ ਕਣ ਜ਼ਰਾ ਜਿਹੜਾ ਉਹਦੇ ਮਾਲਾ ਦੇ ਮਣਕਿਆਂ ਵਾਂਗ ਪਰੋਇਆ ਹੋਇਆ ਨਜ਼ਰ ਆ ਰਿਹਾ। ਗੋਰਖੀ ਜੀ ਆ ਗਏ ਆ। ਅੱਛਾ ਜੀ, ਠੀਕ ਹੈ ਜੀ, ਬਸ ਆ ਕੰਪਲੀਟ ਕਰ ਲਵਾਂ ਇੱਕ ਲਾਈਨ। ਹਾਂਜੀ ਜ਼ਰੂਰ। ਫਿਰ ਕਹਿੰਦੇ ਉਹ ਤਤ ਗਿਆਨ ਜਿਹੜਾ ਦੇਖੋ ਧਿਆਨ, ਉਹ ਤਤ ਗਿਆਨ ਕਿੱਥੋਂ ਆਏਗਾ? ਉਹ ਧਿਆਨ ਤੋਂ ਬਿਨਾਂ ਨਹੀਂ ਆਣਾ। ਉਹ ਦ੍ਰਿਸ਼ਟੀ ਜਦੋਂ ਪਈ ਮੇਰੀ ਉਸ ਤਰ੍ਹਾਂ ਉਹ ਤਤ ਗਿਆਨ ਆਇਆ। ਤੇ ਫਿਰ ਤਾਂ ਜਦੋਂ ਕਹਿੰਦੇ ਪ੍ਰਮਾਤਮਾ ਦਾ ਉਹ ਤਤ ਗਿਆਨ ਆ ਜਾਂਦਾ ਹੈ, ਫਿਰ ਤਾਂ ਜੋ ਬੋਲ ਰਿਹਾ ਉਹ ਜਾਪ ਹੀ ਹੋ ਰਿਹਾ, ਉਹ ਤੋਂ ਬਿਨਾਂ ਹੋਰ ਬੋਲਦਾ ਹੀ ਨਹੀਂ, ਉਹਦੀ ਸਿਫਤ ਸਲਾਹ ਤੋਂ ਬਿਨਾਂ ਉਹਦੇ ਕੋਲ ਕੋਈ ਸ਼ਬਦ ਹੀ ਨਹੀਂ ਹੈ ਨਾ ਜੀ। ਫਿਰ ਉਹ ਲਾਸਟ ਦੇ ਵਿੱਚ ਕਿ ਹੁਕਮ ਬੁੱਝੇ ਨਿਹਾਲ ਸੁਖ ਸੁਖੇਟਿਆ, ਉਹ ਸੁੱਖਾਂ ਚ ਸਦਾ ਸੁਖੀ ਮਤਲਬ ਖਿੜਿਆ ਰਹਿੰਦਾ, ਉਹ ਆਨੰਦ ਚ ਬਣਿਆ ਰਹਿੰਦਾ ਉਹਦਾ। ਤੇ ਪ੍ਰਮਾਤਮਾ ਨੇ ਵੀ ਫਿਰ ਉਹ ਐਸਾ ਖੋਟਾ ਜਿਹੜਾ ਦੁਬਾਰਾ ਸਿੱਕਾ ਸੀ, ਉਹਨੂੰ ਐਸਾ ਪਰਖ ਕੇ ਖਜ਼ਾਨੇ ਚ ਪਾਇਆ ਤੇ ਉਹਨੂੰ ਪੂਰਾ ਖੋਟਾ ਉਹਦਾ ਜਿਹੜਾ ਸੀ ਖੋਟਾਪਣਾ ਖਤਮ ਕਰਕੇ, ਉਹ ਕਹਿੰਦੇ ਉਹਨੂੰ ਪਰਖ ਕੇ ਮਤਲਬ ਜਿਹਨੂੰ ਕਹਿੰਦੇ ਨਾ ਵੀ ਉਹਦੀ ਮੈਲ ਲਾ ਕੇ ਉਹਨੂੰ ਸਾਫ਼ ਸੁਥਰਾ ਹੋ ਕੇ, ਕਹਿੰਦੇ ਵੀ ਉਹ ਪ੍ਰਮਾਤਮਾ ਨੇ ਆਪਣੇ ਖਜ਼ਾਨੇ ਚ ਪਾ ਲਿਆ। ਹਾਂ, ਖਰਾ ਹੋ ਗਿਆ। ਹਾਂਜੀ, ਖਰਾ ਹੋ ਗਿਆ, ਖੋਟਿਆਂ ਕਰੇ ਹਨਾ ਜੀ। ਠੀਕ ਹੈ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਨਿਜਰ ਸਾਹਿਬ ਵੀਰ ਜੀ। ਹਾਂਜੀ ਨਿਜਰ ਸਾਹਿਬ, ਆਪ ਤੋਂ ਬੋਲ ਦੋ ਦੁਬਾਰਾ। ਹਾਂਜੀ, ਇਹ 10ਵੀਂ ਅਸੀਂ ਕੀਤੀ ਸੀਗੀ ਆਪਣੀ ਪੌੜੀ, ਤੇ ਦੁਬਾਰਾ ਲੈ ਲੈਨੇ ਆਪਾਂ 10ਵੀਂ। ਸ਼ਲੋਕ ਮਹੱਲਾ ਪੰਜਵਾਂ। ਬਾਰ ਵਿਡਾਨੜੈ ਹੁਮਸ ਧੁਮਸ ਕੂਕਾਂ ਪਈਆਂ ਰਾਹੀਂ। ਆਪਾਂ ਜਿਹੜੇ ਹੈ ਗੁਰਖੀ ਸਾਹਿਬ ਪੰਜਵੇਂ ਪਾਤਸ਼ਾਹ ਕਹਿ ਰਹੇ ਆ ਬਈ ਆਪਾਂ ਜਿਹੜੇ ਹੈਗੇ ਬਾਹਰ ਵਿਡਾਨੇ ਬਗਾਨੀ ਜੂ ਦੇ ਵਿੱਚ ਹੈਗੇ ਆ ਆਪਾਂ। ਇਹ ਆਪਣੀ ਅਸਲੀ ਜੂ ਨਹੀਂ, ਅਸਲੀ ਘਰ ਨਹੀਂ ਹੈਗਾ, ਇਹ ਬਨ ਹੈਗਾ ਜਿੱਥੇ ਆਪਾਂ ਹੈਰਾਨ ਹੋਏ ਆ। ਬਨਖੰਡ ਦੇਖ ਕੇ ਜਿਹੜਾ ਹੈਗਾ, ਇੰਨੇ ਪਦਾਰਥ ਦੇਖ ਕੇ, ਜਿਵੇਂ ਅੱਖਾਂ ਅੱਡੀਆਂ ਦੀਆਂ ਅੱਡੀਆਂ ਹੈ ਆਪਣੀਆਂ, ਵੀ ਆਹ ਭੋਗਾਂ ਕਿ ਆਹ ਲਵਾਂ ਕਿ ਆਹ ਖਾਵਾਂ ਕਿ ਆਹ ਪੀਵਾਂ ਕਿ ਆਹ ਦੇਖਾਂ ਕਿ ਆਹ ਕੀ ਕਰਾਂ ਮੈਂ। ਇਹ ਕਹਿੰਦੇ ਬਾਹਰ ਵਿਡਾਨੜੇ ਹੁਮਸ ਧੁਮਸ। ਇੱਥੇ ਤਾਂ ਬੜੀ ਜਿਹੜੀ ਤ੍ਰਿਸ਼ਨਾ ਹੈ, ਬੜੀ ਹੁਮਸ ਹੈ, ਬੜੀ ਧੁਮਾਈਆ ਹੋ ਰਿਹਾ, ਕੂਕਾਂ ਪਈਆਂ ਰਾਹੀਂ। ਔਰ ਜਿਹੜੇ ਹੈ ਇਹ ਰਸਤੇ ਦੇ ਉੱਤੇ ਜਿਹੜੇ ਹੈਗੇ ਲੋਕੀ ਜਿਹੜੇ ਹੈਗੇ, ਇੱਥੇ ਦੁੱਖ ਵੀ ਹੈਗੇ ਆ, ਔਰ ਜਿਹੜੇ ਹੈਗੇ ਚੀਕ ਚਿੰਗਾੜਾ ਵੀ ਬਥੇਰਾ ਪੈ ਰਿਹਾ ਹੈ ਭਾਈ। ਕੋਈ ਜਾ ਰਿਹਾ ਹੈ, ਕੋਈ ਆ ਰਿਹਾ ਹੈ, ਕੋਈ ਜਿਹੜੇ ਹੈਗੇ ਆ ਬਸ ਐਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਇੱਥੇ ਜਿਹੜਾ ਹੈਗਾ ਪੂਰਾ ਰਾਮ ਰੌਲਾ ਪਿਆ ਹੋਇਆ ਹੈ। ਇਹ ਬਾਗ ਦੇ, ਇਹ ਜਿਹੜਾ ਹੈਗਾ ਇਹ ਬਗੀਚੇ ਦੇ ਵਿੱਚ, ਇਹ ਜਿਹੜਾ ਹੈਗਾ ਇਹ ਜਿਹੜਾ ਹੈ ਜੰਗਲ ਦੇ ਵਿੱਚ, ਇਹ ਬਨ ਦੇ ਵਿੱਚ। ਤੌ ਸ਼ਹਿ ਸੇਤੀ ਲਗੜੀ ਡੋਰੀ, ਨਾਨਕ ਆਨੰਦ ਸੇਤੀ ਬਨ ਗਾਹੀ। ਪਰ ਐਸੇ ਵੀ ਹੈਗੇ, ਕਹਿੰਦੇ ਮਾਲਕਾ ਮਿਹਰ ਕਰ ਦਿੱਤੀ ਤੂੰ ਜਿਹੜੇ ਆਪਣੀ ਪ੍ਰੀਤ ਦੇ ਨਾਲ, ਆਪਣੇ ਨਾਲ ਮੇਰੀ ਪ੍ਰੀਤ ਪਾ ਲਈ, ਮੇਰੀ ਡੋਰ ਜਿਹੜੀ ਹੈ, ਮੇਰੀ ਸੁਰਤ ਜਿਹੜੀ ਹੈਗੀ ਤੇਰੇ ਨਾਲ ਲੱਗ ਗਈ, ਤੇ ਮੈਨੂੰ ਤਾਂ ਬਿਲਕੁਲ ਸਹੀ ਰਸਤਾ ਲੱਭ ਗਿਆ। ਮੈਂ ਤਾਂ ਬੜੇ ਆਨੰਦ ਦੇ ਨਾਲ ਇਹ ਬਨ ਜਿਹੜਾ ਹੈਗਾ ਇਹਨੂੰ ਜਿਹੜਾ ਹੈਗਾ ਚੰਗੀ ਤਰ੍ਹਾਂ ਗਾ ਰਿਹਾ ਹਾਂ ਬਈ, ਬਿਲਕੁਲ ਸਹੀ ਰਸਤੇ ਦੇ ਉੱਤੇ। ਜਿਨ੍ਹਾਂ ਦੀ ਪ੍ਰੀਤ ਮਾਲਕ ਦੇ ਨਾਲ ਪੈ ਜਾਏ, ਉਹਨਾਂ ਨੂੰ ਬਿਲਕੁਲ ਉਹ ਪ੍ਰੀਤ ਜਿਹੜੀ ਹੈ ਉਹੀ ਤਾਂ ਰਸਤਾ ਦਿਖਾਉਂਦੀ ਹੈ, ਉਸੇ ਦੇ ਨਾਲ ਤੁਰੇ ਜਾਂਦੇ ਆ। ਔਰ ਦੁਨੀਆ ਦੇ ਵਿੱਚ ਰਹਿ ਕੇ ਜਿਹੜਾ ਸੰਸਾਰ ਦੇ ਸੁੱਖ ਭੋਗਦੇ ਹੋਏ ਜਿਹੜੇ ਹੈਗੇ ਆ, ਉਹ ਜਿਹੜੇ ਹੈ ਮਾਇਆ ਦੇ ਵਿੱਚ ਡੁੱਬਦੇ ਨਹੀਂ ਹੈਗੇ, ਔਰ ਤਰ ਕੇ ਜਿਹੜੇ ਹੈਗੇ ਆਪਣਾ ਸਫ਼ਰ ਦੇ ਉੱਤੇ ਸਹੀ ਡਾਇਰੈਕਸ਼ਨ ਦੇ ਵਿੱਚ ਤੁਰੀ ਜਾਂਦੇ ਆ। ਹਾਂਜੀ ਵੀਰ ਜੀ। ਦੇਖੋ ਸੰਗਤ ਜੀ, ਉੱਪਰੋਂ ਸਮਝਾ ਰਹੇ ਨੇ ਕਿ ਇੱਕ ਤੇ ਕਹਿ ਰਹੇ ਨੇ ਕਿ ਇਹ ਜਿਹੜਾ ਸੰਸਾਰ ਹੈ ਇਹ ਅਸਲੀ ਘਰ ਨਹੀਂ ਆ, ਅਸਲੀ ਘਰ ਨਹੀਂ ਹੈ, ਪਲੱਸ ਇੱਥੇ ਭੋਗ ਬਹੁਤ ਨੇ। ਹਾਂ, ਬੰਦਿਸ਼ ਬਹੁਤ ਨੇ। ਜਿੱਦਾਂ ਮਤਲਬ ਇਹਦੇ ਵਿੱਚੋਂ ਲੰਘਣਾ ਵੀ ਹੈ ਔਰ ਆਪਣੇ ਜਿਹੜਾ ਦਾਮਨ ਹੈ ਉਹਨੂੰ ਬਚਾਉਣਾ ਵੀ ਹੈ। ਬਿਲਕੁਲ। ਪਰ ਮੁਸ਼ਕਲ ਕੰਮ ਇਹ ਹੈ ਕਿ ਬਹੁਤ ਵਿਰਲਾ ਕੋਈ ਕੋਟਾਂ ਦੇ ਵਿੱਚ ਇੱਕ ਹੁੰਦਾ ਜਿਹੜਾ ਵਿਚਾਰਾ
ਆਪਣੇ ਆਪ ਨੂੰ ਇਹ ਚਿੱਕੜ ਤੋਂ ਬਚਾ ਲੈਂਦਾ ਹੈ। ਪਰ ਵੱਡੇ ਵੱਡੇ ਜਿਹੜੇ ਕਹਿੰਦੇ ਘਾਉਂਦੇ ਬਣੇ ਨਾ, ਉਹ ਵੀ ਮਾਇਆ ਉਹਨਾਂ ਨੂੰ ਫੜ ਲੈਂਦੀ ਆ, ਡੁੱਬ ਜਾਂਦੇ ਆ। ਡੁੱਬ ਜਾਂਦੇ ਆ। ਇਤਿਹਾਸ ਗਵਾਹ ਇਹਦਾ। ਮਛੰਦਰਨਾਥ ਜਿਹੜਾ ਸੀ, ਵੇਖੋ ਗੋਰਖਨਾਥ ਦਾ ਉਸਤਾਦ ਆ, ਫਿਰ ਵੇਖੋ ਕਿੱਦਾਂ ਉਹ ਭੋਗ ਵਿਲਾਸ ਚ ਫਸ ਗਿਆ ਹੈ। ਵੇਸ਼ਵਾ ਦੇ ਕੋਲ ਰਹਿਣਾ ਸ਼ੁਰੂ ਕਰਤਾ, ਫਿਰ ਹਾਰ ਕੇ ਉਹਨੇ ਕਹਿਤਾ ਵੀ ਮੈਂ ਨਹੀਂ ਹੋਣਾ। ਫਿਰ ਗੋਰਖਨਾਥ ਗਿਆ ਉਹਨਾਂ ਕੋਲ, ਉਹ ਕਹਿੰਦੇ ਨੇ ਕਿ ਦੇਖੋ ਤੁਸੀਂ ਸਾਡੇ ਗੁਰੂ ਜੋ, ਬਟ ਅਸੀਂ ਬੜੀ ਦੂਰ ਆ ਚੁੱਕੇ ਆ, ਤੁਸੀਂ ਕਹਿੰਦੇ ਕੋਈ ਰੱਬ ਰੂਪ ਨਹੀਂ ਹੈਗਾ, ਭੱਜੋ। ਕਹਿੰਦੇ ਏਦਾਂ ਨਹੀਂ ਹੋਣਾ, ਕਿਉਂਕਿ ਗੋਰਖਨਾਥ ਸੀ, ਗੋਰਖਨਾਥ ਬੜਾ ਤੜਾ ਜੋਗੀ ਹੋਇਆ। ਤੇ ਫਿਰ ਉਹ ਮਛੰਦਰਨਾਥ ਨੂੰ ਵਾਪਸ ਜਾਣਾ ਪਿਆ। ਫਿਰ ਉਹਨਾਂ ਨੇ ਫਿਰ ਲੱਭਿਆ ਕਿ ਕਿਸੇ ਜਨਮ ਚ ਮੈਂ ਮੱਛੀ ਸਾਂ, ਤੇ ਮੱਛੀ ਦੇ ਮੇਰੇ ਸੰਸਕਾਰ ਮੇਰੀ ਜ਼ੁਬਾਨ ਚ ਭੋਗ। ਸੋ ਏਦਾਂ ਦੀਆਂ ਗੱਲਾਂ ਹੁੰਦੀਆਂ। ਇਹ ਜਿਹੜਾ ਸੰਸਾਰ ਆ, ਤੁਹਾਡੀਆਂ ਇੰਦਰੀਆਂ ਕਿੰਨੀਆਂ ਪਾਵਰਫੁਲ ਆ ਤੇ ਬੇਲਗਾਮ ਹੈ। ਤੇ ਇਹ ਜਦੋਂ ਵੀ ਕਿਸੇ ਹਰ ਆਪਣੀ ਅੱਖ ਦਾ ਇੱਕ ਆਪਣਾ ਵਿਸ਼ਾ ਹੈ, ਕੰਨਾਂ ਦਾ ਇੱਕ ਆਪਣਾ ਵਿਸ਼ਾ ਹੈ, ਮੂੰਹ ਦਾ ਇੱਕ ਆਪਣਾ ਵਿਸ਼ਾ ਹੈ, ਤੇ ਚਮੜੀ ਦਾ ਇੱਕ ਆਪਣਾ ਵਿਸ਼ਾ ਹੈ। ਹੁਣ ਆਪਾਂ ਜਿਹੜੀ ਚੀਜ਼ ਨੂੰ ਇਹਨਾਂ ਇੰਦਰੀਆਂ ਦੇ ਨਾਲ ਅਨੁਭਵ ਕਰਦੇ ਆ ਨਾ, ਤੇ ਮਨ ਕੀ ਕਰਦਾ ਕਿ ਮਨ ਨਾਲ ਟਰੈਵਲ ਕਰਦਾ ਹੈ, ਭੱਜ ਜਾਂਦਾ ਉੱਥੇ। ਹਾਂ, ਮਨ ਨੂੰ ਸਵਾਦ ਜਿਹੜਾ ਹੈਗਾ ਨਾ, ਮਨ ਨੂੰ ਸਿਰਫ ਸਵਾਦ ਆਉਂਦਾ ਹੈ ਬਸ। ਹਾਂ, ਮਨ ਜੜ ਚ ਫਿਰ ਭੋਗ ਭਾਲਦਾ ਹੈ। ਔਰ ਇੱਕ ਐਸੀ ਚੀਜ਼ ਹੈ ਕਿ ਆਪ ਜਿੰਨਾ ਮਰਜ਼ੀ ਭੋਗ ਕੇ ਦੇਖ ਲਿਓ। ਹੁਣ ਤੁਹਾਡੀ ਉਮਰ ਦਾ ਮੈਨੂੰ ਪਤਾ ਨਹੀਂ ਕਿੰਨੀ ਉਮਰ ਹੈ, ਤੁਸੀਂ ਵੇਖੋ ਕਈ ਚੀਜ਼ਾਂ ਤੁਸੀਂ ਬੜੇ ਐਕਸਟ੍ਰੀਮ ਲੈਵਲ ਤੇ ਭੋਗੀਆਂ ਹੋਣੀਆਂ, ਪਰ ਵੇਖੋ ਤ੍ਰਿਪਤੀ ਨਹੀਂ ਹੋਣੀ, ਕਿਉਂਕਿ ਉਹ ਚ ਤ੍ਰਿਪਤੀ ਹੈ ਨਹੀਂ। ਹੁਣ ਜਿੱਦਾਂ ਮਿੱਠਾ ਪਾਣੀ ਪੀ ਜਾਈਦਾ ਨਾ, ਤੇ ਪਿਆਸ ਨਹੀਂ ਬੁੱਝਦੀ। ਨਿੱਜਰ ਸਾਹਿਬ, ਬਿਲਕੁਲ। ਤੇ ਪਿਆਸ ਬੁੱਝਣੀ ਹੈ ਤੁਹਾਡੀ ਫਿੱਕੇ ਪਾਣੀ ਨਾਲ। ਇਸੇ ਹੀ ਤਰ੍ਹਾਂ ਜਿਹੜਾ ਸਾਡੀ ਪਿਆਸ ਆ, ਉਹ ਆਤਮਾ ਤੱਤ ਦੇ ਵਿੱਚ ਜਾ ਕੇ ਹੀ ਬੁੱਝਣੀ ਹੈ, ਉਹ ਤਾਂ ਨਹੀਂ ਬੁੱਝੇਗੀ। ਉਹ ਕਹਿੰਦੇ ਨੇ ਕਿ ਕੂਕਾਂ ਮੱਛੀਆਂ ਹੋਈਆਂ ਨੇ, ਤੇ ਇਹ ਸੰਸਾਰ ਦੇ ਉੱਤੇ ਲੋਕ ਵੇਖੋ ਇਹ ਜਾ ਰਹੇ ਨੇ। ਤੇ ਉਹ ਹੁਣ ਤੁਸੀਂ ਵੇਖੋ, ਜਿੰਨਾ ਚਿਰ ਤੱਕ ਕਿਸੇ ਨੂੰ ਉਹ ਤੋਂ ਪੈਸਾ ਨਹੀਂ ਆਉਂਦਾ, ਉਹਨਾਂ ਚਿਰ ਤੱਕ ਉਹਨੂੰ ਸ਼ਾਂਤੀ ਨਹੀਂ ਮਿਲਦੀ, ਭਾਵੇਂ ਦੀ 5 ਲੱਖ ਰੁਪਏ ਤਨਖਾਹ ਹੋਵੇ। ਇਹ ਕਿਉਂਕਿ ਸੰਸਾਰ ਆ। ਆਪ ਜਸਟ ਸੋਚੋ ਕਿ ਬੰਦਾ ਕੋਈ ਇਮਾਨਦਾਰ ਲੱਭਣਾ ਕਿੰਨਾ ਔਖਾ ਹੈ। ਜੇ ਇਮਾਨਦਾਰ ਹੈਗਾ, ਮੰਨ ਲਓ ਉਹ ਰਿਸ਼ਵਤ ਨਹੀਂ ਲੈਂਦਾ, ਪਰ ਉਹਦੇ ਚ ਕੋਈ ਨਾ ਕੋਈ ਹੋਰ ਬਣਾਊਗਾ, ਉਹ ਕਿਸੇ ਹੋਰ ਜਗ੍ਹਾ ਤੇ ਫਸਿਆ ਹੋਵੇਗਾ। ਇਸ ਕਰਕੇ ਇਸੇ ਤਰ੍ਹਾਂ ਬਹੁਤ ਦੁਨੀਆ ਜਿਹੜੀ ਆ ਏਦਾਂ ਫਸ ਜਾਂਦੀ ਹੈ। ਕਿਉਂ ਫਸ ਜਾਂਦੀ ਹੈ? ਕਿਉਂਕਿ ਉਹ ਵਿਚਾਰ ਨਹੀਂ ਕਰਦੇ, ਬਾਣੀ ਦੇ ਬਾਰੇ ਕਦੇ ਧਿਆਨ ਨਹੀਂ ਦਿੱਤਾ। ਬਾਣੀ ਚ ਕੀ ਲਿਖਿਆ ਹੈ, ਕੇਵਲ ਮੱਥਾ ਟੇਕਿਆ, ਘਰ ਨੂੰ ਆ ਗਏ। ਇਸ ਤੋਂ ਵੱਧ ਕਿਤੇ ਸੋਚਣ ਦੀ ਕੋਸ਼ਿਸ਼ ਨਹੀਂ ਕੀਤੀ। ਬਹੁਤੀ ਗੱਲ ਤੇ ਕਿਸੇ ਨੇ ਕਹਿਤਾ ਜੀ ਸੁਖਮਨੀ ਸਾਹਿਬ ਦਾ ਪਾਠ ਕਰ ਲਓ, ਜਪਜੀ ਸਾਹਿਬ ਦਾ ਪਾਠ ਕਰ ਲਓ, ਰਹਿ ਰਾਸ ਕਰ ਲਓ, ਆਨੰਦ ਸਾਹਿਬ ਦੀ ਬਾਣੀ ਪੜ੍ਹ ਲਓ, ਪਰ ਕਦੇ ਇਹ ਨਹੀਂ ਮਹਿਸੂਸ ਕੀਤਾ ਕਿ ਆਨੰਦ ਸਾਹਿਬ ਜੀ ਦੀ ਬਾਣੀ ਵਿੱਚ ਕੀ ਲਿਖਿਆ ਹੈ, ਸੁਖਮਨੀ ਸਾਹਿਬ ਜੀ ਦੀ ਬਾਣੀ ਚ ਲਿਖਿਆ ਕੀ ਆ। ਇਹ ਕੋਈ ਪੜ੍ਹਨ ਦਾ ਵਿਸ਼ਾ ਨਹੀਂ ਹੈ, ਇਹ ਸਮਝਣ ਦਾ ਵਿਸ਼ਾ ਹੈ। ਫਿਰ ਉੱਥੇ ਕਥਾ ਦੇ ਵਿੱਚ ਜਦੋਂ ਆਪਾਂ ਵਿਚਾਰ ਕਰਦੇ ਹਾਂ, ਬਾਣੀ ਸਾਨੂੰ ਕੁਛ ਕਰਨ ਵਾਸਤੇ ਕਹਿੰਦੀ ਹੈ। ਹੁਣ ਬਾਣੀ ਇੱਥੇ ਇਹ ਸਮਝਾ ਰਹੀ ਹੈ ਕਿ ਜਿਹੜਾ ਸੰਸਾਰ ਹੈ ਤੇ ਤੇਰੀਆਂ ਇੰਦਰੀਆਂ ਬਹੁਤ ਚੰਚਲ ਨੇ, ਮਨ ਵੀ ਤੇਰਾ ਜਿਹੜਾ ਬੱਚਾ ਹੈ। ਹੁਣ ਦੂਸਰੀ ਤਰਫ ਜਿਹੜਾ ਇੱਥੇ ਭੋਗ ਬਹੁਤ ਨੇ, ਔਰ ਤੂੰ ਦੇਖ ਲੋਕੀ ਜਿੱਦਾਂ ਬਿਨਾਂ ਸੋਚ ਵਿਚਾਰ ਦੇ ਭੋਗਾਂ ਨੂੰ ਭੋਗ ਰਹੇ ਨੇ, ਔਰ ਭੋਗ ਦੇ ਤੇ ਨਜ਼ਾਰੇ ਬੜੇ ਆ ਨਿੱਜਰ ਸਾਹਿਬ। ਬਿਲਕੁਲ ਭੋਗ ਰਹੇ ਗੁਰਕੀ ਸਾਹਿਬ। ਔਰ ਲੇਕਿਨ ਜਿਹੜਾ ਹੈਗਾ ਉਹਨਾਂ ਦੇ ਵਿੱਚੋਂ ਜਿਹੜਾ ਹੈ ਨਾ, ਖੁਸ਼ ਤਾਂ ਨਜ਼ਰ ਨਹੀਂ ਆਉਂਦੇ ਲੋਕੀ। ਉਸੇ ਤਰ੍ਹਾਂ ਜਿਹੜਾ ਗੁੱਸੇ ਵਾਲੇ ਤੇ ਉਹ ਉਸ ਈਰਖਾ ਦੇ ਵਿੱਚ, ਦ્વੈਤ ਦੁਵੇਸ਼ ਦੇ ਵਿੱਚ, ਇੱਕ ਦੂਸਰੇ ਦੇ ਨਾਲ ਜਿਹੜਾ ਨਫ਼ਰਤ, ਸਾਰਾ ਜਿਹੜਾ ਹੈਗਾ ਉਹਨਾਂ ਦੇ ਵਿੱਚ ਜਿਹੜੀ ਹੈਗੀ ਅਸਲੀ ਖੁਸ਼ੀ ਤਾਂ ਉਹਨਾਂ 'ਚ ਕੋਈ ਕਿਸੇ ਕੋਲ ਲੱਭਦੀ ਨਹੀਂ ਹੈ। ਘਬਰਾਏ ਹੋਏ ਲੋਕੀ ਫਿਰ ਰਹੇ, ਹੁਮਸ ਧੁਮਸ ਮਚੀ ਹੋਈ ਹੈ, ਕੂਕਾਂ ਪੈ ਰਹੀਆਂ। ਹਾਂਜੀ ਵੀਰ ਨਿੱਜਰ ਸਾਹਿਬ, ਉੱਥੇ ਤ੍ਰਿਪਤੀ ਨਹੀਂ ਹੈਗੀ। ਹਾਂ, ਕਿਉਂਕਿ ਤ੍ਰਿਪਤੀ ਜੜ ਚ ਹੈ ਥੋੜੀ ਹੈਗੀ। ਜੇ ਤੇ ਜੜ ਚ ਹੁੰਦੀ ਤੇ ਗੁਰੂਆਂ ਨੇ ਥੋੜੀ ਕਹਿਣਾ ਸੀ ਕਿ ਸਰਬ ਜਗਤ ਦਾ ਰਾਜਾ ਦੁਖੀਆ। ਬਿਲਕੁਲ, ਉਹਨਾਂ ਨੇ ਕਹਿਣਾ ਸੀ ਵੀ ਕਿ ਇੱਥੇ ਭੋਗਾਂ ਨੂੰ ਭੋਗੋ ਤੇ ਤੁਸੀਂ ਤ੍ਰਿਪਤ ਹੋ ਜਾਓਗੇ। ਉਹ ਕਹਿੰਦੇ ਨਹੀਂ, ਇਹ ਚ ਤ੍ਰਿਪਤੀ ਨਹੀਂ ਹੈਗੀ। ਅਗਲੇ ਬੰਨੇ ਦੇਖੋ ਨਿੱਜਰ ਸਾਹਿਬ ਆਹ ਕਹਿ ਰਹੇ ਨੇ ਕਿ ਤੂੰ ਸਹਿ ਛੇਤੀ ਲਗੜੀ ਡੋਰੀ ਨਾਨਕ ਆਨੰਦ ਸੇਤੀ ਬਨ ਗਾਹੀ। ਕਹਿੰਦੇ ਤੇਰੇ ਨਾਲ ਪ੍ਰੀਤ ਪੈ ਗਈ। ਮੇਰੇ ਗੁਰੂ ਨੇ, ਬ੍ਰਹਮ ਗਿਆਨੀਆਂ ਨੇ ਮੇਰੀ ਤੇਰੇ ਨਾਲ ਪ੍ਰੀਤ ਪਾ ਦਿੱਤੀ, ਤੇ ਮੈਂ ਤਾਂ ਬੜੇ ਆਨੰਦ ਦੇ ਨਾਲ ਜਿਹੜਾ ਹੈਗਾ ਇਸ ਸੰਸਾਰ ਦੇ ਵਿੱਚ ਜਿਹੜਾ ਹੈਗਾ ਆਪਣੀ ਯਾਤਰਾ ਕਰੀ ਜਾ ਰਿਹਾ ਹੈ। ਹਾਂਜੀ ਵੀਰ ਜੀ। ਹਾਂ, ਹੁਣ ਕਹਿੰਦੇ ਕਿ ਸੰਗਤ ਏਦਾਂ ਦੀ ਮਿਲ ਗਈ, ਤੇਰੇ ਨਾਲ ਮੇਰੀ ਪਿਆਰ ਦੀ ਡੋਰੀ ਵੱਜ ਗਈ। ਮੇਰੇ ਪਿਤਾ
ਤੇ ਇਹ ਜਿਹੜਾ ਭਵ ਸਾਗਰ ਜਿੱਥੇ ਦੁਨੀਆ ਬਰੀ ਹੈ, ਜਿੱਥੇ ਲੋਕ ਕੂਕਾਂ ਮਾਰ ਰਹੇ ਨੇ, ਮੈਂ ਬੜੀ ਆਰਾਮ ਦੇ ਨਾਲ ਇਹਦੇ ਵਿੱਚੋਂ ਲੰਘ ਰਿਹਾ, ਮੈਨੂੰ ਕੁਝ ਨਹੀਂ ਹੋ ਰਿਹਾ। ਬਿਲਕੁਲ। ਕਿ ਮੇਰੇ ਤੇ ਕਵਚ ਆ। ਕਿਹੜਾ ਕਵਚ ਆ? ਇਹ ਬ੍ਰਹਮ ਦਾ ਜਿਹੜਾ ਬ੍ਰਹਮ ਰੂਪੀ ਸ਼ਕਤੀ ਹੈ, ਉਹਨੇ ਮੇਰੇ ਤੇ ਕਵਚ ਪਾ ਦਿੱਤਾ ਹੈ। ਹੁਣ ਮੈਨੂੰ ਜਿਹੜੇ ਭੋਗ ਆ, ਵਿਲਾਸ ਆ, ਖਿੱਚ ਨਹੀਂ ਸਕਦੇ। ਠੀਕ ਹੈ ਜੀ, ਅੱਗੇ ਬੋਲੀਏ। ਅੱਗੇ ਅਗਲਾ ਸ਼ਲੋਕ ਆ ਗਿਆ, ਮਹਲਾ ਪੰਜਵਾਂ। ਸੱਚੀ ਬੈਸਕ ਤਿਨਹਾ ਸੰਗੇ, ਜਿਨ ਸੰਗੇ ਜਪੀਏ ਨਾਮ। ਕਹਿੰਦੇ ਸੱਚੀ ਤੇਰੀ ਦੋਸਤੀ ਜਿਹੜੀ ਬੈਠਕ ਜਿਹੜੀ ਹੈਗੀ, ਉਹਨਾਂ ਦੇ ਨਾਲ ਹੋਣੀ ਚਾਹੀਦੀ ਆ ਜਿਨ੍ਹਾਂ ਦੇ ਨਾਲ ਧਿਆਨ ਸਿਮਰਨ ਕੀਤਾ ਜਾਏ, ਜਿਨ੍ਹਾਂ ਦੇ ਨਾਲ ਭਗਤੀ ਕੀਤੀ ਜਾਏ, ਜਿਨ੍ਹਾਂ ਦੇ ਨਾਲ ਰੱਬ ਦੀ ਗੱਲ ਹੋਏ, ਜਿਨ੍ਹਾਂ ਦੇ ਨਾਲ ਜਿਹੜੀ ਹੈਗੀ ਅਕਥ ਕਥਾ ਦੀ ਵਿਚਾਰ ਹੋਏ। ਸੱਚੀ ਬੈਸਕ ਤਿਨਾ ਸੰਗੇ, ਜਿਨ ਸੰਗੇ ਜਪੀਏ ਨਾਮ। ਜਿਨ੍ਹਾਂ ਦੀ ਸੰਗਤ ਦੇ ਨਾਲ ਨਾਮ ਦੇ ਵਾਸਤੇ ਜਿਹੜਾ ਹੈਗਾ ਇੱਛਾ ਜਿਹੜੀ ਪੈਦਾ ਹੋਏ, ਅੰਦਰ ਉਤਸ਼ਾਹ ਪੈਦਾ ਹੋਏ। ਤਿਨੇ ਸੰਗੇ ਸੰਗ ਨਾ ਕੀਚਈ, ਨਾਨਕ ਜਿਨਾ ਆਪਣਾ ਸੁਆਓ। ਕਹਿੰਦੇ ਉਹਨਾਂ ਦੇ ਨਾਲ ਸੰਗਤ ਨਾ ਕਰੀ ਭਾਈ ਜਿਨ੍ਹਾਂ ਦਾ ਸਵਾਰਥ ਆ ਆਪਣਾ, ਜਿਨ੍ਹਾਂ ਦਾ ਆਪਣੇ ਸਵਾਰਥ ਵਾਸਤੇ ਜਿਹੜੇ ਤੇਰੇ ਕੋਲ ਆਏ ਹੋਏ ਆ, ਉਹਨਾਂ ਤੋਂ ਬਚ ਕੇ ਰਹੀਂ, ਉਹਨਾਂ ਦੀ ਸੰਗਤ ਨਾ ਕਰੀ। ਹਾਂਜੀ ਵੀਰ ਜੀ। ਹੁਣ ਇਹ ਸੰਗਤ ਦੀ ਗੱਲ ਕਰ ਰਹੇ ਆ। ਹਾਂਜੀ ਬਿਲਕੁਲ। ਸੰਗਤ ਜੈਸੀ ਸੰਗਤ ਤੈਸੀ ਰੰਗਤ, ਇਹ ਪੰਜਾਬੀ ਦਾ ਮੁਹਾਵਰਾ ਹੈ। ਕਹਿੰਦੇ ਇੱਕ ਮੁਹਾਵਰਾ ਸੀ, ਸ਼ਾਇਦ ਤੁਹਾਨੂੰ ਯਾਦ ਹੋਏ, ਤੁਹਾਨੂੰ ਸਾਰਿਆਂ ਨੂੰ। ਕੱਜਲ ਦੀ ਕੋਠੀ ਵਿੱਚ ਵੜਿਓ, ਕਾਲਖ ਬਿਨ ਕੀ ਲੱਭਿਓ, ਠੇਕੇ ਵਿੱਚ ਸ਼ਰਬਤ ਪੀਂਦਾ, ਕਿਹਾ ਸ਼ਰਾਬੀ ਜਾਵੇਂ। ਕਿ ਕੱਜਲ ਦੀ ਕੋਠੀ 'ਚ ਵੜ ਜਾਏਗਾ ਤੇ ਤੈਨੂੰ ਕਾਲਖ ਤੋਂ ਬਿਨਾਂ ਕੁਛ ਨਹੀਂ ਲੱਭਣਾ। ਇਸੇ ਤਰ੍ਹਾਂ ਜੇ ਤੂੰ ਸ਼ਰਾਬ ਦੇ ਠੇਕੇ ਤੇ ਬੈਠਾ, ਭਾਵੇਂ ਤੂੰ ਸ਼ਰਬਤ ਪੀ ਰਿਹਾ, ਮਾੜੀ ਸੰਗਤ ਦੇ ਵਿੱਚ ਬੈਠਾ ਹੈ, ਭਾਵੇਂ ਤੂੰ ਉਹ ਕੰਮ ਨਹੀਂ ਕਰ ਰਿਹਾ, ਪਰ ਤੈਨੂੰ ਕਿਹਾ ਹੋ ਹੀ ਜਾਣਾ, ਤੈਨੂੰ ਸ਼ਰਾਬੀ ਹੀ ਕਹਿਣਾ ਲੋਕਾਂ ਨੇ। ਕੱਜਲ ਦੀ ਕੋਠੀ ਮਤਲਬ ਕਹਿੰਦੇ ਕੱਜਲ ਦੀ ਕੋਠੀ ਹੈ, ਉੱਥੇ ਤੈਨੂੰ ਕਾਲਖ ਤੋਂ ਸਿਵਾਏ ਕੁਛ ਨਹੀਂ ਲੱਭਣਾ। ਇਸੇ ਤਰ੍ਹਾਂ ਉਹ ਕਹਿੰਦੇ ਨੇ ਕਿ ਜਿਹੜੀ ਤੇਰੀ ਸੰਗਤ ਆ, ਇਹ ਸੰਗਤ ਤੇਰੇ ਜੀਵਨ ਦੇ ਵਿੱਚ ਬਹੁਤ ਪ੍ਰਭਾਵ ਪਾਉਂਦੀ ਹੈ। ਹੁਣ ਕਈ ਬੰਦੇ ਤੁਹਾਨੂੰ ਮਿਲਣਗੇ, ਵੇਖੋ ਤੁਹਾਡੇ ਅੰਦਰ ਉਚਾਈ ਪੈਦਾ ਕਰ ਦਿੰਦੇ ਆ, ਤੇ ਕਈ ਐਸੇ ਬੰਦੇ ਹੁੰਦੇ ਆ ਤੁਹਾਡੇ ਅੰਦਰ ਐਸੀਆਂ ਗੱਲਾਂ ਵਾੜ ਜਾਂਦੇ ਆ, ਦੂਜਿਆਂ ਦੀ ਨਫ਼ਰਤ ਪੈਦਾ ਕਰ ਜਾਂਦੇ ਆ। ਕਿਉਂਕਿ ਜਿਹੜੀ ਗੱਲ ਤੁਹਾਡੇ ਅੰਦਰ ਵੜ ਗਈ ਨਾ, ਹੁਣ ਵੇਖੋ ਕਈ ਵਾਰੀ ਹੁੰਦਾ ਕਿ ਬੰਦੇ ਨੂੰ ਆਪਾਂ ਮਿਲੇ ਹੀ ਨਹੀਂ ਹੁੰਦੇ, ਤੇ ਉਹ ਅਗਲਾ ਚੁਗਲੀ ਕਰ ਜਾਂਦਾ, ਭਾਨੀ ਮਾਰ ਜਾਂਦਾ, ਭਾਨੀ ਮਾਰ ਕੇ ਚੱਲ ਜਾਂਦਾ। ਹੁਣ ਅਗਲੇ ਨੂੰ ਜਦੋਂ ਆਪਾਂ ਮਿਲਣਾ ਹੈ ਨਾ, ਤੇ ਸਭ ਤੋਂ ਪਹਿਲਾਂ ਉਹਦੀ ਚੁਗਲੀ ਸਾਡੇ ਦਿਮਾਗ 'ਚ ਆਉਣੀ ਹੈ ਕਿ ਬੰਦਾ ਮਾੜਾ ਹੈ। ਉਹ ਤੇ ਉਹਨੂੰ ਪ੍ਰੂਵ ਕਰਨ ਦੇ ਲਈ ਜ਼ੋਰ ਲਾਉਣਾ ਪੈਣਾ। ਇੱਕ ਸਮਾਂ ਆਊਗਾ, ਉਹਨੂੰ ਕਾਫੀ ਸਮੇਂ ਬਾਅਦ ਉਹ ਚੀਜ਼ ਕਲੀਅਰ ਹੋਣੀ ਆ ਕਿ ਬਈ ਮੈਂ ਤੇ ਠੀਕ ਆਦਮੀ ਆ। ਪਰ ਇੱਕ ਵਾਰੀ ਤੇ ਦੂਜਾ ਬੰਦਾ ਤੇ ਕੰਮ ਕਰ ਗਿਆ ਨਾ। ਇਸੇ ਕਰਕੇ ਕਹਿੰਦੇ ਜਿਹੜੀ ਸੰਗਤ ਆ, ਸੰਗਤ ਕਰਨ ਤੋਂ ਪਹਿਲਾਂ ਨਾ ਸਾਨੂੰ ਸੋਚ ਵਿਚਾਰ ਕਰਨੀ ਚਾਹੀਦੀ। ਉਹਨਾਂ ਲੋਕਾਂ ਦੀ ਸੰਗਤ ਨਹੀਂ ਕਰਨੀ ਚਾਹੀਦੀ। ਬਾਣੀ ਤੇ ਉਹ ਕਹਿੰਦੀ ਆ, ਕਿਉਂਕਿ ਉਹ ਲੋਕ ਤੁਹਾਡੇ ਅੰਦਰ ਨਾ ਗਲਤ ਚੀਜ਼ ਪੈਦਾ ਕਰ ਦਿੰਦੇ। ਕਿਉਂਕਿ ਸੰਗਤ ਨੇ ਤੁਹਾਡੇ ਜੀਵਨ ਨੂੰ ਪ੍ਰਭਾਵਿਤ ਕਰਨਾ ਹੈ। ਜੇ ਤੁਸੀਂ ਚੰਗੇ ਮਨੁੱਖਾਂ ਦੀ ਸੰਗਤ ਕਰੋਗੇ, ਤੁਹਾਡੀ ਜ਼ਿੰਦਗੀ 'ਚ ਚੰਗਿਆਈ ਆਵੇਗੀ। ਜੇਕਰ ਆਪਾਂ ਮਾੜੇ ਮਨੁੱਖਾਂ ਦੀ ਸੰਗਤ ਕਰਦੇ ਹਾਂ, ਤੇ ਹੌਲੀ ਹੌਲੀ ਕਰਕੇ ਜਿਹੜੇ ਸਾਡੇ ਚਿੱਤ ਦੇ ਵਿੱਚ ਮਾੜੇ ਸੰਸਕਾਰ ਨੇ ਨਾ, ਉਹਨਾਂ ਨੇ ਪ੍ਰਗਟ ਹੋ ਜਾਣਾ। ਦੇਖੋ, ਜਿਹੜੀ ਚੀਜ਼ ਪਹਿਲਾਂ ਪ੍ਰਗਟ ਹੋ ਗਈ ਨਾ, ਉਹੀ ਪਾਵਰਫੁਲ ਹੈ। ਹੁਣ ਕਈ ਵਾਰ ਵੇਖਿਆ ਤੁਸੀਂ, ਜੇ ਫਸਲ ਨਹੀਂ ਉਗੀ, ਘਾਹ ਪਹਿਲਾਂ ਉੱਗ ਗਿਆ, ਤੇ ਉਹਨੇ ਫਸਲ ਨੂੰ ਨੱਪ ਲੈਣਾ। ਤੇ ਜੇ ਫਸਲ ਉੱਗ ਗਈ ਆ, ਫਿਰ ਘਾਹ ਨੂੰ ਫਸਲ ਨੇ ਨੱਪ ਲੈਣਾ। ਕਿਉਂ? ਕਿਉਂਕਿ ਉਹ ਫਸਲ ਉੱਚੀ ਹੋ ਜਾਂਦੀ ਹੈ ਤੇ ਘਾਹ ਥੱਲੇ ਰਹਿ ਜਾਂਦਾ ਹੈ। ਪਰ ਉਹਨੂੰ ਉਨੀ ਧੁੱਪ ਮਿਲਦੀ ਨਹੀਂ, ਨਾ ਉਹਨੂੰ ਖੁਰਾਕ ਨਹੀਂ ਮਿਲਣੀ ਹੈ। ਤੇ ਦੂਸਰੀ ਜਿਹੜੀ ਫਸਲ ਉਹ ਪਾਵਰਫੁਲ ਹੋ ਗਈ ਹੈ। ਇਸੇ ਹੀ ਤਰ੍ਹਾਂ ਚੰਗਿਆਈ ਜਿਹੜੀ ਸਾਡੇ ਅੰਦਰ ਹੁੰਦੀ ਹੈ, ਜਦੋਂ ਅਸੀਂ ਸੰਗਤ ਕਰਦੇ ਹਾਂ, ਤੇ ਚੰਗੇ ਗੁਣ ਸਾਡੇ ਜੀਵਨ 'ਚ ਪ੍ਰਗਟ ਹੋ ਜਾਂਦੇ। ਫਿਰ ਅਗਲੇ ਬੰਨੇ ਦੱਸੀਏ ਨੇ ਜਿਸ ਅਗਲੇ ਤੁਕ ਬੋਲੋ, ਜਿਨ ਸੰਗ ਤਿੰਨ ਸੰਗ ਨਾ ਕੀਚਈ, ਨਾਨਕ ਜਿਨ੍ਹਾਂ ਆਪਣਾ ਸੁਆਓ। ਕਹਿੰਦਾ ਉਹਨਾਂ ਦੀ ਸੰਗਤ ਤਾਂ ਬਿਲਕੁਲ ਨਾ ਕਰੀ ਪਾਏ ਜਿਨ੍ਹਾਂ ਨੂੰ ਆਪਣਾ ਸਵਾਰਥ ਹੈਗਾ। ਹਾਂਜੀ ਵੀਰ ਜੀ। ਹਾਂਜੀ, ਕਹਿੰਦੇ ਕਿ ਉਹਨਾਂ ਲੋਕਾਂ ਦੀ ਸੰਗਤ ਨਹੀਂ ਕਰਨੀ ਜਿਹੜੇ ਲੋਕ ਨਾ ਬਹੁਤ ਘਟੀਆ ਨੇ,
ਜਿਨ੍ਹਾਂ ਦਾ ਮਾਇਆ ਦਾ ਸਵਾਰਥ ਆ, ਮਾਇਆ ਦਾ ਸਵਾਰਥ ਆ, ਜਿਨ੍ਹਾਂ ਦਾ ਮਾਇਆ ਜਿਹੜੀ ਜਿਨ੍ਹਾਂ ਦਾ ਜਿਹੜੇ ਪੰਜਾਂ ਤੱਤਾਂ ਦੀ ਰਚਨਾ ਦੇ ਨਾਲ ਹੀ ਜਿਨ੍ਹਾਂ ਦੀ ਖਿੱਚ ਹੈਗੀ ਆ। ਹਾਂ, ਜਿਹੜੇ ਲੋਕ ਇੱਥੇ ਆਪਣੀਆਂ ਫੈਕਟਰੀਆਂ ਬਣਾ ਕੇ ਬੈਠੇ, ਧਰਮ ਦੇ ਨਾਂ ਤੇ ਸੰਤ ਬਣ ਕੇ ਬਾਬੇ ਬਣ ਗਏ, ਇੱਥੇ ਕਹਿਣ ਤੋਂ ਭਾਵ ਇਹ ਹੈ। ਹਾਂਜੀ ਬਿਲਕੁਲ, ਇਹ 100% ਉਹਨਾਂ ਲੋਕਾਂ ਦੀ ਸੰਗਤ ਨਹੀਂ ਕਰਨੀ, ਕਿਉਂਕਿ ਉਹਨਾਂ ਲੋਕਾਂ ਨੇ ਤੇਰੇ ਅੰਦਰ ਪਤਾ ਨਹੀਂ ਕੀ ਚੀਜ਼ ਪੈਦਾ ਕਰ ਦੇਣੀ ਹੈ, ਕਿਉਂਕਿ ਉਹ ਖੁਦ ਆਪ ਡੁੱਬੇ ਹੋਏ ਨੇ। ਜਿਹੜਾ ਬੰਦਾ ਆਪ ਖੂਹ 'ਚ ਡਿੱਗਿਆ ਸਾਨੂੰ ਕਿੱਥੋਂ ਕੱਢ ਸਕਦਾ ਹੈ? ਇਸ ਕਰਕੇ ਇਹਨਾਂ ਲੋਕਾਂ ਦੀ ਸੰਗਤ ਨਹੀਂ ਕਰਨੀ। ਚੰਗੀ ਸੰਗਤ ਕਰੋਗੇ ਤੇ ਕੀ ਹੋਏਗਾ, ਸਾਡੇ ਅੰਦਰ ਨਾ ਗਿਆਨ ਦਾ ਜਿਹੜਾ ਦੀਪਕ ਹੈ ਉਹ ਪ੍ਰਕਾਸ਼ਮਾਨ ਹੋ ਜਾਏਗਾ। ਦੇਖੋ ਗਿਆਨ ਨਾ ਤੁਹਾਡੇ ਅੰਦਰ ਰਹਿੰਦਾ ਹੈ। ਗਿਆਨ ਤੁਸੀਂ ਜਦੋਂ ਜੰਮੇ ਸੀ ਤੁਹਾਨੂੰ ਗਿਆਨ ਨਹੀਂ ਸੀ। ਗਿਆਨ ਇਹ ਪ੍ਰਕਿਰਤੀ ਦੇ ਵਿੱਚ ਇੱਕ ਮਤਲਬ ਸ਼ਕਤੀ ਹੈ। ਇਹ ਪ੍ਰਕਿਰਤੀ ਚ ਭਵਸਾਗਰ ਤੋਂ ਅੱਗੇ ਲੰਘਣ ਦੇ ਲਈ ਹੋਰ ਕੁਝ ਵੀ ਨਹੀਂ ਹੈਗਾ, ਇਹ ਕੱਲਾ ਗਿਆਨ ਹੈ। ਗਿਆਨ ਜਿਹੜਾ ਗਿਆਨ ਮਾਰਗ, ਕਰਮ ਮਾਰਗ ਤੇ ਭਗਤੀ ਮਾਰਗ ਹੈ। ਦੇਖੋ ਭਗਤੀ ਕੀਤੀ ਮੁੜ ਕੇ ਤੁਹਾਡੇ ਅੰਦਰ ਗਿਆਨ ਹੀ ਪੈਦਾ ਹੋਣਾ ਨੇ ਜੈਸਾ ਜਦੋਂ ਚਿੱਤ ਸ਼ਾਂਤ ਹੋ ਗਿਆ। ਕਿਉਂਕਿ ਨਾਰਮਲੀ ਚੀਜ਼ ਆਪਾਂ ਕਨਸੀਵ ਨਹੀਂ ਨਾ ਕਰ ਸਕਦੇ। ਹੁਣ ਦੇਖੋ ਕੋਈ ਚੀਜ਼ ਹੈ ਉਹ ਸਾਡੇ ਅੰਦਰ ਠਹਿਰ ਹੀ ਨਹੀਂ ਸਕਦੀ ਕਿਉਂਕਿ ਜਗ੍ਹਾ ਹੀ ਨਹੀਂ ਹੈਗੀ। ਭਗਤੀ ਦੇ ਨਾਲ ਸਾਡੇ ਅੰਦਰ ਜਗ੍ਹਾ ਬਣਦੀ ਹੈ। ਗਿਆਨ ਫਿਰ ਸਾਡੇ ਅੰਦਰ ਰਹਿੰਦਾ ਹੈ। ਜਿੱਦਾਂ ਆਪਾਂ ਘਰ ਦੇ ਵਿੱਚ ਰਹਿੰਦੇ ਹਾਂ ਨਾ, ਇਸੇ ਤਰ੍ਹਾਂ ਤੁਹਾਡੇ ਅੰਦਰ ਗਿਆਨ ਰਹਿੰਦਾ ਹੈ, ਜਿਹੜਾ ਤੁਹਾਨੂੰ ਸਹੀ ਤੇ ਗਲਤ ਦਾ ਜੋ ਅੰਤਰ ਹੈ ਨਾ ਉਹ ਦੱਸਦਾ ਹੈ, ਦੂਰ ਤੱਕ ਦੇਖਦਾ ਹੈ। ਹਰ ਇੱਕ ਇਨਸਾਨ ਦੇ ਜੀਵਨ 'ਚ ਗਿਆਨ ਨਹੀਂ ਹੈਗਾ। ਗਿਆਨ ਜਿਹੜਾ ਹੈ ਇਹ ਗਿਆਨ ਇਹ ਜ਼ਿੰਦਗੀ ਨੂੰ ਜੀਣ ਦਾ ਫਲਸਫਾ ਹੈ। ਜਿੰਨਾ ਚਿਰ ਤੱਕ ਸਾਡੇ ਕੋਲ ਗਿਆਨ ਨਹੀਂ ਹੈ ਅਸੀਂ ਇੱਕ ਚੰਗਾ ਜੀਵਨ ਬਤੀਤ ਨਹੀਂ ਕਰ ਸਕਦੇ। ਗਿਆਨ ਬਹੁਤ ਜ਼ਰੂਰੀ ਹੈ। ਗ੍ਰੰਥਾਂ ਦੇ ਵਿੱਚ ਜਿੰਨਾ ਵੀ ਗਿਆਨ ਪ੍ਰਾਪਤ ਕਰ ਰਹੇ ਹਾਂ ਇਹ ਸਭ ਅਪਰਾ ਵਿਦਿਆ ਹੈ। ਇਹ ਵੀ ਗਿਆਨ ਹੈ। ਪਰਾ ਵਿਦਿਆ ਤੱਕ ਪਹੁੰਚਣ ਦੇ ਲਈ ਇਹ ਦੋਨੋਂ ਇਕੱਠੇ ਚੱਲਣਗੇ ਤਾਂ ਹੀ ਤੁਸੀਂ ਬ੍ਰਹਮ ਗਿਆਨੀ ਬਣ ਸਕਦੇ, ਤੁਸੀਂ ਮੁਕਤ ਹੋ ਸਕਦੇ। ਪਰਾ ਤੇ ਅਪਰਾ, ਜਿਹੜੀ ਅਪਰਾ ਵਿਦਿਆ ਹੈ ਇਹ ਸਾਨੂੰ ਗੁਰੂਆਂ ਤੋਂ ਮਿਲਦੀ ਹੈ, ਸੰਤਾਂ ਤੋਂ ਮਿਲਦੀ, ਬ੍ਰਹਮ ਗਿਆਨੀਆਂ ਤੋਂ ਮਿਲਦੀ। ਤੇ ਜਿਹੜੀ ਪਰਾ ਵਿਦਿਆ ਹੈ ਉਹ ਧਿਆਨ ਨਾਲ ਮਿਲਦੀ। ਪਰਾ ਵਿਦਿਆ ਹਾਂ ਉਹ ਸਾਡੀ ਭਗਤੀ ਨਾਲ ਮਿਲਦੀ, ਉਹ ਸਾਡੇ ਅੰਦਰ ਹੈ। ਪਰ ਉੱਥੋਂ ਤੱਕ ਪਹੁੰਚਣ ਦੇ ਲਈ ਜਿਹੜਾ ਰਸਤਾ ਹੈ ਉਹ ਅਪਰਾ ਵਿਦਿਆ ਹੀ ਹੈ। ਹਾਂਜੀ ਨਿਜ ਸਾਹਿਬ। ਹਾਂ, ਅੱਗੇ ਪੌੜੀ ਆ ਗਈ। ਪੌੜੀ ਸਾਹ ਵੇਲਾ ਪਰਵਾਨ ਜਿਤ ਸਤਿਗੁਰ ਭੇਟਿਆ। ਕਹਿੰਦੇ ਭਾਈ ਉਹ ਵੇਲਾ ਪਰਵਾਨ ਆ ਤੇਰਾ, ਘੱਟ ਤੋਂ ਘੱਟ ਅਪਰਾ ਵਿਦਿਆ ਤੈਨੂੰ ਲੱਭ ਗਈ। ਕਹਿੰਦੇ ਉਹ ਵੇਲਾ ਪ੍ਰਵਾਨ ਹੋ ਗਿਆ ਜਿਹੜੀ ਤੈਨੂੰ ਇਹ ਗੁਰੂ ਤੋਂ ਜਿਹੜੀ ਹੈ ਬ੍ਰਹਮ ਗਿਆਨ ਤੈਨੂੰ ਲੱਭਿਆ। ਇਹ ਵੇਲਾ ਤੇਰਾ ਪ੍ਰਵਾਨ ਹੋ ਗਿਆ ਕਿ ਤੈਨੂੰ ਸਹੀ ਡਾਇਰੈਕਸ਼ਨ ਪਤਾ ਲੱਗ ਗਈ, ਤੈਨੂੰ ਕਰਨਾ ਕੀ ਹੈਗਾ ਉਹ ਪਤਾ ਲੱਗ ਗਿਆ। ਬਾਹਰ ਮੁਖੀ ਜਾ ਰਿਹਾ ਸੀਗਾ, ਤੈਨੂੰ ਪਤਾ ਲੱਗ ਗਿਆ ਵੀ ਇੱਕਦਮ ਮੈਂ ਤਾਂ ਯੂ ਟਰਨ ਲੈਣਾ ਆ। ਅੰਤਰ ਭਗਤੀ ਅੰਦਰ ਆ, 9 ਦਰਵਾਜ਼ਿਆਂ ਨੂੰ ਸੰਕੋਚ ਕੇ 10ਵੇਂ ਵੱਲ ਨੂੰ ਜਾਣਾ ਹੈ। ਹੋਆ ਸਾਧੂ ਸੰਗ ਫਿਰ ਦੁੱਖ ਨਾ ਤੇਟਿਆ। ਆਹ ਗੁਰੂ ਨੂੰ ਭੇਟਣ ਦੇ ਨਾਲ ਕੀ ਆ, ਗੁਰੂ ਦੀ ਸੰਗਤ ਹੋਈ, ਗਿਆਨ ਲਿਆ ਗੁਰੂ ਤੋਂ। ਫਿਰ ਜਿਹੜੇ ਹੈਗੇ ਦੁੱਖ ਜਿਹੜੇ ਹੈਗੇ, ਮਾਇਆ ਜਿਹੜੀ ਹੈਗੀ, ਫਿਰ ਮਾਇਆ ਜਿਹੜੀ ਹੈਗੀ, ਮਾਇਆ ਨਹੀਂ ਬੰਨ ਲਾ ਸਕਦੀ ਭਾਈ, ਮਾਇਆ ਨਹੀਂ ਪੈਂਖੜ ਪਾ ਸਕਦੀ ਪੈਰ ਦੇ ਵਿੱਚ। ਪਾਇਆ ਨਿਹਚਲ ਥਾਨ ਫਿਰ ਗਰਭ ਨਾ ਲੇਟਿਆ। ਅੰਦਰ ਜਿਹੜੀ ਹੈਗੀ ਸੁੰਨ ਅਵਸਥਾ, ਨਿਹਚਲ ਥਾਨ ਮਿਲ ਗਿਆ, ਸਹਿਜ ਅਵਸਥਾ ਲੱਭ ਗਈ। ਤੇ ਫਿਰ ਜਿਹੜਾ ਸਹਿਜ ਅਵਸਥਾ 'ਚ ਹੋਏ, ਚੌਥੇ ਪਾਤਸ਼ਾਹ 'ਚ ਹੋਏ ਤੇ ਤ੍ਰਿਗੁਣੀ ਮਾਇਆ ਜਿਹੜੀ ਹੈਗੀ ਉਹਨੂੰ ਗਰਭ ਜੂਨੀ ਦੇ ਵਿੱਚ ਨਹੀਂ ਲੈ ਕੇ ਜਾ ਸਕਦੀ। ਨਜ਼ਰੀ ਆਇਆ ਇੱਕ ਸਗਲ ਬ੍ਰਹਮ ਮੇਟਿਆ। ਔਰ ਸਾਰਾ ਬ੍ਰਹਮ ਜਿਹੜਾ ਸਾਰਾ ਜੋ ਵੀ ਇਹ ਸੰਸਾਰ ਹੈਗਾ ਇਹਦਾ ਮਾਲਕ ਜਿਹੜਾ ਹੈਗਾ ਇਹ ਸਾਰਾ ਦੇ ਸਾਰੇ ਦਾ ਕੰਟਰੋਲਰ, ਇਹ ਸਾਰਾ ਮਾਲਕ ਪਰਮਾਤਮਾ ਹੀ ਹੈਗਾ ਭਾਈ। ਇਹ ਸਾਰੇ ਸੰਸਾਰ ਦੇ ਵਿੱਚ ਉਹ ਮਾਲਕ ਪਰਮਾਤਮਾ ਇਹਦੀ ਬੈਕ ਤੇ ਨਜ਼ਰ ਆ ਗਿਆ। ਤਤ ਗਿਆਨ ਲਾਏ ਧਿਆਨ ਦ੍ਰਿਸ਼ਟ ਸਮੇਟਿਆ। ਤਤ ਗਿਆਨ ਜਿਹੜਾ ਹੈਗਾ, ਤਤ ਗਿਆਨ ਕੀ ਹੈ? ਭਗਤੀ। ਤਤ ਗਿਆਨ ਹੈ ਆਪਣੀ ਆਤਮ ਵੱਲ ਨੂੰ ਗਤੀ ਕਰਨਾ। ਤਤ ਗਿਆਨ ਲਾਏ ਧਿਆਨ, ਬਸ ਕਹਿੰਦੇ ਧਿਆਨ ਲਾਉਣਾ ਸ਼ੁਰੂ ਕਰ ਦਿੱਤਾ। ਦ੍ਰਿਸ਼ਟ ਸਮੇਟਿਆ, ਦ੍ਰਿਸ਼ਟ ਸਮੇਟ ਲਈ ਦ੍ਰਿਸ਼ਟੀ ਜਿਹੜੀ ਹੈਗੀ ਆ ਅੱਖਾਂ ਤੋਂ ਮੈਕਸੀਮਮ ਜਿਹੜੇ ਹੈਗੇ ਅੱਖਾਂ ਜਿਹੜੀਆਂ ਹੈਗੀਆਂ 80% ਜਿਹੜੀਆਂ ਹੈਗੀਆਂ ਅੱਖਾਂ ਜਿਹੜੀਆਂ ਹੈਗੀਆਂ ਆਪਾਂ ਨੂੰ ਭੋਗਾਂ ਨੂੰ ਆਪਣੇ ਪਲੋਸ ਕੇ ਲੈ ਕੇ ਆਉਂਦੀਆਂ ਇਹ ਅੱਖਾਂ।
ਤਰ੍ਹਾਂ ਤਰ੍ਹਾਂ ਦੇ ਭੋਗ, ਹਰ ਤਰ੍ਹਾਂ ਦੇ ਖਾਣੇ ਪੀਣੇ, ਜੋ ਵੀ ਪਦਾਰਥ, ਸਾਰਾ ਕੁਛ ਰੂਪ, ਸਾਰਾ ਅੱਖਾਂ ਲੈ ਕੇ ਆਉਂਦੀਆਂ ਭਾਈ। ਦ੍ਰਿਸ਼ਟ ਵਿਕਾਰੀ ਬੰਧਨ ਬਾਂਧੇ ਹੋਂ ਤਿਸਕੇ ਬਲ ਜਾਈ, ਪਾਪ ਪੁੰਨ ਕੀ ਸਾਰ ਨਾ ਜਾਣੇ ਭੂਲਾ ਫਿਰੇ ਅਜਾਈ, ਬੋਲੋ ਸੱਚ ਨਾਮ ਕਰਤਾਰ ਫਿਰ ਬਹੁੜ ਨਾ ਆਵਣ ਬਾਰ। ਪਹਿਲੀ ਪਾਤਸ਼ਾਹੀ ਕਹਿ ਰਹੀ ਹੈ ਭਾਈ ਵੀ ਦ੍ਰਿਸ਼ਟ ਤੇ ਵਿਕਾਰ ਜਿਹੜੇ ਆ, ਜਿਹੜਾ ਇਹਨਾਂ ਨੂੰ ਬੰਨ ਲੈਂਦਾ ਹੈ, ਕਹਿੰਦੇ ਮੈਂ ਤਾਂ ਬਲਿਹਾਰ ਜਾਂਦਾ ਐਸੇ ਇਨਸਾਨ ਤੋਂ ਜਿਹੜਾ ਆਪਣੀ ਦ੍ਰਿਸ਼ਟੀ ਨੂੰ ਸਮੇਟ ਲੈਂਦਾ ਹੈ। ਤਤ ਗਿਆਨ ਲਾਏ ਧਿਆਨ ਦ੍ਰਿਸ਼ਟ ਸਮੇਟਿਆ, ਸਭੋ ਜਪੀਏ ਜਾਪ ਜੇ ਮੁਖੋਂ ਬੋਲੇਟਿਆ। ਬਸ ਕਹਿੰਦੇ ਜੋ ਵੀ ਮੁਖੋਂ ਬੋਲਦਾ ਹੈ ਉਹ ਕਹਿੰਦੇ ਸਾਰਾ ਭਗਤੀ ਹੁੰਦੀ ਆ ਭਾਈ। ਉਹਦੇ ਬ੍ਰਹਮ ਬਚਨ ਹੀ ਹੁੰਦੇ ਆ ਉਹਦੇ। ਜੋ ਵੀ ਮੁਖ ਤੋਂ ਬੋਲਦਾ ਹੈ ਐਸਾ ਇਨਸਾਨ, ਜਿਹੜਾ ਕਿ ਜਿਹਨੂੰ ਨਿਸ਼ਚਲ ਥਾਨ ਲੱਭ ਜਾਂਦਾ ਹੈ, ਜਿਹਨੂੰ ਸਾਧੂ ਸੰਗਤ ਹੋ ਜਾਂਦੀ ਹੈ, ਜਿਹੜਾ ਧਿਆਨ ਸਿਮਰਨ ਕਰਦਾ ਹੈ। ਹੁਕਮੇ ਬੁੱਝ ਨਿਹਾਲ ਸੁਖ ਸੁਕੇਟਿਆ, ਉਹਨੇ ਹੁਕਮ ਬੁੱਝ ਲਿਆ, ਨਿਹਾਲੋ ਨਿਹਾਲ ਹੋ ਗਿਆ, ਖੁਸ਼ਹਾਲ ਹੋ ਗਿਆ, ਜੀਵਨ ਦੇ ਵਿੱਚ ਸੁੱਖ ਔਰ ਸ਼ਾਂਤੀ ਆ ਗਈ, ਸਾਰੇ ਸੁੱਖ ਆ ਗਏ ਉਹਦੇ ਅੰਦਰ। ਪਰਖ ਖਜ਼ਾਨੇ ਪਾਏ ਸੇ ਬਹੁੜ ਨਾ ਖੋਟਿਆ। ਔਰ ਇਸ ਤਰ੍ਹਾਂ ਮਾਲਕ ਪਰਮਾਤਮਾ ਜਿਹੜਾ ਭਗਤੀ ਕਰਾ ਕੇ ਜਿਹੜਾ ਹੈਗਾ ਖੋਟੇ ਤੋਂ ਖਰਾ ਕਰਕੇ ਜਿਹੜਾ ਹੈਗਾ ਫਿਰ ਉਹਨੂੰ ਪਰਖ ਕੇ ਆਪਣੇ ਨਾਲ ਰਲਾ ਲੈਂਦਾ ਹੈ, ਔਰ ਫਿਰ ਦੁਬਾਰਾ ਜਿਹੜਾ ਹੈਗਾ ਉਹਨੂੰ ਇਹ ਸੰਸਾਰ ਦੇ ਵਿੱਚ ਜਿਹੜਾ ਤਾ ਦੇ ਵਿੱਚ ਨਹੀਂ ਭੇਜਦਾ ਭਾਈ। ਹਾਂਜੀ ਵੀਰ ਜੀ। ਹੁਣ ਦੇਖੋ ਸਾ ਵੇਲਾ ਪ੍ਰਵਾਨ ਜਿੱਤ ਸਤਿਗੁਰ ਭੇਟਿਆ। ਸਭ ਤੋਂ ਪਹਿਲਾਂ ਤੇ ਕਹਿੰਦੇ ਉਹ ਬੜਾ ਵਧੀਆ ਭਾਗਾਂ ਵਾਲਾ ਸਮਾਂ ਹੈ ਜਦੋਂ ਸਾਡਾ ਮਿਲਾਪ ਚੰਗੇ ਗੁਰਮੁਖਾਂ ਦੇ ਨਾਲ ਹੋ ਜਾਂਦਾ ਹੈ। ਬਿਲਕੁਲ। ਕਿਉਂਕਿ ਦੇਖੋ ਓਦਾਂ ਨਹੀਂ ਪਤਾ ਲੱਗਦਾ, ਰਸਤਾ ਕਿੱਥੋਂ ਪਤਾ ਲੱਗੇਗਾ, ਮੁਸ਼ਕਿਲ ਹੋ ਜਾਂਦਾ ਕੰਮ। ਫਿਰ ਅਸੀਂ ਆਪਣੀ ਬੁੱਧੀ ਦੇ ਅਨੁਸਾਰ ਉਹਦਾ ਮਤਲਬ ਕੱਢੀ ਜਾਂਦੇ ਆ, ਫਿਰ ਉਹ ਚੀਜ਼ ਤੇ ਬਣਦੀ ਨਹੀਂ ਨਾ। ਫਿਰ ਕਹਿੰਦੇ ਬਿਲਕੁਲ ਨਹੀਂ ਬਣਦੀ ਗੁਰਕੀ ਸਾਹਿਬ, ਬਿਲਕੁਲ ਨਹੀਂ ਬਣਦੀ। ਨਿੱਜਰ ਸਾਹਿਬ ਵੈਸੇ ਵੀ ਤੁਸੀਂ ਇੱਥੇ ਫਾਰਮੂਲਾ ਲਿਖ ਦਿੰਦੇ ਆ ਕਿ ਬੰਬ ਬਣਾਉਣ ਦਾ, ਤੇ ਉਹ ਤੇ ਪੜ੍ਹਨ ਦੇ ਨਾਲ ਥੋੜੀ ਫਾਰਮੂਲਾ ਤੁਸੀਂ ਫਾਰਮੂਲੇ ਨੂੰ ਆਪਾਂ ਬਣਾ ਸਕਦੇ ਨਾ। ਉਹ ਤੇ ਫਿਰ ਉਹਨਾਂ ਲੋਕਾਂ ਕੋਲ ਜਾਣਾ ਪਊ ਜਿਨ੍ਹਾਂ ਨੇ ਉਹ ਫਾਰਮੂਲਾ ਲਿਖਿਆ ਹੈ, ਜਿਹੜੇ ਚੀਜ਼ ਨੂੰ ਸਮਝਦੇ ਨੇ। ਹਨਾ ਇਸੇ ਤਰ੍ਹਾਂ ਹੀ ਗੁਰਮੁਖਾਂ ਦੀ ਸੰਗਤ ਕਰਨੀ ਆਪਾਂ ਬਾਣੀ 'ਚ ਕਰਦੇ ਹਾਂ ਸੰਗ, ਬਾਣੀ ਦੇ ਵਿੱਚ ਫਿਰ ਉਹਨਾਂ ਦੀ ਗੱਲਾਂ ਨੂੰ ਸਮਝਦੇ ਹਾਂ, ਆਪਾਂ ਆਪਣੀ ਬੁੱਧੀ ਦੇ ਅਨੁਸਾਰ ਕੋਸ਼ਿਸ਼ ਕਰਦੇ ਹਾਂ ਉਹਨੂੰ ਖੋਲ੍ਹਣ ਦੀ। ਫਿਰ ਉਹਦੇ ਅੰਦਰ ਜੋ ਗੁਪਤ ਗਿਆਨ ਹੈ ਉਹ ਸਾਡੇ ਸਾਹਮਣੇ ਪ੍ਰਗਟ ਹੁੰਦਾ। ਠੀਕ ਹੈ ਜੀ। ਫਿਰ ਅਗਲੇ ਬੰਨੇ ਕਹਿੰਦੇ ਹੁਆ ਸਾਧ ਸੰਗ ਫਿਰ ਦੁੱਖ ਨਾ ਭੇਟਿਆ। ਦੁੱਖ ਦੇ ਟੇਟੇ ਨਹੀਂ ਚੜਦਾ ਭਾਈ। ਫਿਰ ਜਿਹੜਾ ਹੈਗਾ ਮਾਇਆ ਦੇ ਟੇਟੇ ਨਹੀਂ ਚੜਦਾ। ਜਿਹਨੂੰ ਸਾਧੂ ਦਾ ਸੰਗ ਹੋ ਜਾਏ ਤੇ ਬਸ ਫਿਰ ਤਾਂ ਉਹ ਨਾਮ ਦੇ ਰੰਗ ਦੇ ਵਿੱਚ ਰੰਗਿਆ ਜਾਂਦਾ। ਹਾਂਜੀ। ਜਦੋਂ ਆਪਾਂ ਸੰਗ ਕਰਦੇ ਹਾਂ, ਸੰਗ ਕਰਨ ਦੇ ਨਾਲ ਕੀ ਹੁੰਦਾ ਕਿ ਸਾਡੇ ਜੀਵਨ 'ਚ ਨਾ ਜਿਹੜੇ ਚੰਗੇ ਸੰਸਕਾਰ ਉਹ ਪ੍ਰਗਟ ਹੋ ਜਾਂਦੇ ਆ। ਚੰਗੇ ਸੰਸਕਾਰ ਪ੍ਰਗਟ ਹੋਣ ਦੇ ਨਾਲ ਕੀ ਹੁੰਦਾ ਕਿ ਬੰਦੇ ਨੂੰ ਸਭ ਤੋਂ ਜਿਹੜਾ ਵੱਡਾ ਦੁੱਖ ਹੈ ਨਾ ਉਹ ਹੈ ਮਰਨ ਜੰਮਣ ਦਾ ਦੁੱਖ। ਉਸ ਦੁੱਖ ਤੋਂ ਮੁਕਤੀ ਮਿਲ ਜਾਂਦੀ ਹੈ। ਠੀਕ ਹੈ ਜੀ। ਜੰਮ ਜਾਣਾ ਹੀ ਦੁੱਖਾਂ ਦਾ ਕਾਰਨ ਹੈ। ਆਪਾਂ ਪੈਦਾ ਹੋ ਗਏ, ਦੁੱਖ ਸ਼ੁਰੂ ਹੋ ਗਏ, ਆਖਰ ਤੱਕ ਜਦ ਤੱਕ ਆਪਾਂ ਮਰ ਨਹੀਂ ਜਾਂਦੇ ਤਦ ਤੱਕ ਇਹ ਦੁੱਖਾਂ ਦੀ ਕਹਾਣੀ ਖਤਮ ਨਹੀਂ ਹੋਣੀ। ਨਿੱਜਰ ਸਾਹਿਬ ਬਿਲਕੁਲ ਸਹੀ ਗੱਲ ਹੈ ਜੀ। ਹਾਂ, ਤੇ ਇਹ ਵੀ ਸਰੀਰ ਦੀ ਮੌਤ ਨਹੀਂ ਜੇ। ਇਸ ਤੋਂ ਬਾਅਦ ਫਿਰ ਬੰਦਾ ਤੁਰ ਪੈਂਦਾ। ਬੰਦਾ ਕਿੱਥੇ ਟਿਕਦਾ? ਇਹ ਜੀਵ ਹੈ ਸਾਡੇ ਅੰਦਰ ਨਾ। ਫਿਰ ਅਗਲੇ ਬੰਦੇ ਪਾਇਆ ਨਿਹਚਲ ਥਾਨ ਫਿਰ ਗਰਭ ਨਾ ਲੇਟਿਆ। ਫਿਰ ਨਹੀਂ ਗਰਭ ਜੂਨ ਚ ਨਹੀਂ ਜਾਂਦਾ ਭਾਈ। ਜਿਹਨੂੰ ਸਹਿਜ ਅਵਸਥਾ ਲੱਭ ਜਾਂਦੀ ਹੈ, ਨਿਹਚਲ ਥਾਨ ਲੱਭ ਜਾਂਦਾ, ਜਿਹਦੇ ਵਿਚਾਰ ਬੰਦ ਹੋ ਜਾਂਦੇ ਆ, ਬਸ ਉਹ ਨਹੀਂ ਗਰਭ ਮੰਡਲ ਚ ਜਾਊਗਾ ਭਾਈ। ਵਿਚਾਰ ਹੀ ਤਾਂ ਹੈਗੇ, ਇਹੀ ਤਾਂ ਜਿਹੜੀਆਂ ਇੱਛਾਵਾਂ ਹੈਗੀਆਂ, ਇਹੀ ਖਿੱਚਾਂ ਹੈਗੀਆਂ ਜਿਹੜੀਆਂ ਆਪਾਂ ਨੂੰ ਗਰਭ ਚ ਜੂਨਾਂ ਚ ਲੈ ਕੇ ਜਾਂਦੀਆਂ। ਹਾਂਜੀ ਵੀਰ। ਤੁਰੀ ਅਵਸਥਾ ਜਿਹੜੀ ਹੈ ਨਾ ਉਹਦੇ ਵਿੱਚ ਸਾਰਾ ਜੀਵਨ ਦਾ ਸਾਰ ਆ। ਜਦੋਂ ਤੁਸੀਂ ਤੁਰੀ ਅਵਸਥਾ ਨੂੰ ਅਨੁਭਵ ਕਰਦੇ, ਤੁਰੀਆ ਤੋਂ ਭਾਵ ਜਿੱਥੇ ਮਨ ਹੈ, ਬੁੱਧੀ ਹੈ, ਚਿੱਤ ਹੈ, ਤੁਸੀਂ ਹੋ, ਇੰਦਰੀਆਂ ਸਾਰੀਆਂ ਉੱਥੇ ਆ, ਗਿਆਨ ਇੰਦਰੀਆਂ, ਕਰਮ ਇੰਦਰੀਆਂ। ਇਹਦੇ ਬਾਵਜੂਦ ਵੀ ਤੁਹਾਡੇ ਚਿੱਤ ਦੇ ਵਿੱਚ ਕੋਈ ਤਰੰਗ ਨਹੀਂ ਪੈਦਾ ਹੋ ਰਹੀ, ਇੱਕਦਮ ਸ਼ਾਂਤ ਬੈਠਾ ਹੈ। ਬਿਲਕੁਲ। ਔਰ ਇਸ ਅਵਸਥਾ 'ਚ ਜਦੋਂ ਆਪਾਂ ਪਹੁੰਚ ਜਾਂਦੇ ਹਾਂ ਫਿਰ ਬਣ ਕੀ ਕਹਿੰਦੀ ਆ, ਪਾਇਆ ਨੇਚਲ ਥਾਨ ਫਿਰ ਗਰਭ ਨਾ ਲੇਟਿਆ। ਫਿਰ ਜਦੋਂ ਤੂੰ ਇਸ ਅਵਸਥਾ ਨੂੰ ਅਨੁਭਵ ਕਰ ਲੇਗਾ ਤਾਂ ਫਿਰ ਗਰਭ ਜੂਨੀ 'ਚ ਆਉਣ ਦਾ ਕੋਈ ਕਾਰਨ ਨਹੀਂ ਬਣਦਾ, ਕਿਉਂਕਿ ਉਹ ਤੁਰੀ ਅਵਸਥਾ ਹੈ। ਤੁਰੀਆ ਦੇ ਵਿੱਚ ਕੀ ਹੁੰਦਾ ਕਿ ਅੱਗੇ ਜਾ ਕੇ ਅਤੁਰੀਆ ਬਣ ਜਾਣੀ ਆ, ਤੇ ਜੋ ਵੀ ਸਾਡੇ ਸੰਸਕਾਰ ਨੇ, ਜਿਹੜੇ ਬੀਜ ਨੇ, ਉਹ ਨਸ਼ਟ ਹੋ ਜਾਣਗੇ। ਹਾਂਜੀ।
ਹਾਂ ਤਤ ਗਿਆਨ ਲਾਏ ਧਿਆਨ ਦ੍ਰਿਸ਼ਟ ਸਮੇਟਿਆ। ਫਿਰ ਤਤ ਗਿਆਨ ਮਿਲ ਜਾਂਦਾ ਉਹਨੂੰ ਤੇ ਧਿਆਨ ਸਿਮਰਨ ਦੇ ਨਾਲ ਜਿਹੜਾ ਹੈਗਾ ਉਹਦੇ ਮਨ ਤੇ ਕੰਟਰੋਲ ਆ ਜਾਂਦਾ ਹੈ, ਦ੍ਰਿਸ਼ਟੀ ਤੇ ਕੰਟਰੋਲ ਆ ਜਾਂਦਾ ਹੈ, ਇੰਦਰੀਆਂ ਤੇ ਕੰਟਰੋਲ ਆ ਜਾਂਦਾ ਹੈ, ਉਹਦਾ ਮਨ ਜੀਤੇ ਜਗ ਜੀਤ ਵਾਲੀ ਗੱਲ ਹੋ ਜਾਂਦੀ। ਹਾਂਜੀ ਵੀਰ ਜੀ। ਹਾਂਜੀ, ਫਿਰ ਉਹ ਕਹਿੰਦੇ ਨੇ ਕਿ ਤਤ ਗਿਆਨ ਲਾਏ ਧਿਆਨ ਦ੍ਰਿਸ਼ਟੀ ਸਮੇਟਿਆ। ਹੁਣ ਦੇਖੋ ਤਤ ਗਿਆਨ ਲਾਏ ਧਿਆਨ, ਜਦੋਂ ਆਪਾਂ ਧਿਆਨ ਲਾਉਂਦੇ ਹਾਂ ਤੇ ਸਾਨੂੰ ਤਤ ਦਾ ਗਿਆਨ ਹੁੰਦਾ ਹੈ। ਪਰਮਾਤਮਾ ਨੂੰ ਹਮੇਸ਼ਾ ਹੀ ਬਾਣੀ ਦੇ ਵਿੱਚ ਮਤਲਬ ਆਇਡੈਂਟੀਫਾਈ ਕੀਤਾ ਗਿਆ ਹੈ, ਉਹ ਸ਼ਕਤੀ ਹੈ, ਉਹ ਪਰਮਾਤਮਾ ਹੈ, ਉਹ ਰੂਪ ਨਹੀਂ, ਰੰਗ ਨਹੀਂ, ਰੇਖ ਨਹੀਂ। ਇਹ ਗੱਲਾਂ ਕਿਉਂ ਕਰਦੇ ਹਾਂ ਆਪਾਂ? ਕਿਉਂਕਿ ਬਾਣੀ ਦੇ ਵਿੱਚ ਇਹ ਸਮਝਾਇਆ ਗਿਆ ਕਿ ਕਿਤੇ ਇਹ ਨਾ ਹੋਵੇ ਕਿ ਕੋਈ ਉਲਟੀ ਪੁਲਟੀ ਸ਼ਕਲ ਬਣਾ ਦੋ ਫਿਰ ਬੰਦਾ ਉਹਦੀ ਪੂਜਾ ਕਰਨੀ ਸ਼ੁਰੂ ਕਰ ਦੇ। ਇਸ ਕਰਕੇ ਗੁਰੂਆਂ ਨੇ ਆਪਣਿਆਂ ਨੇ ਹਮੇਸ਼ਾ ਹੀ ਜੋ ਸਾਨੂੰ ਗਿਆਨ ਦਿੱਤਾ ਹੈ ਉਹ ਕਿਹਾ ਕਿ ਉਹਦਾ ਕੋਈ ਰੂਪ ਨਹੀਂ, ਰੰਗ ਨਹੀਂ, ਕੋਈ ਰੇਖ ਨਹੀਂ। ਇੱਥੇ ਵੀ ਜਿਹੜਾ ਤੱਤ ਹੈ ਇਹਦਾ ਮਤਲਬ ਉਹੀ ਹੈ। ਠੀਕ ਹੈ ਜੀ। ਤੇ ਜਦੋਂ ਅਸੀਂ ਆਪਣੀ ਦ੍ਰਿਸ਼ਟੀ ਨੂੰ ਸਮੇਟ ਲੈਂਦੇ ਹਾਂ, ਆਪਣੇ ਅੰਦਰ ਆਪਣੇ ਧਿਆਨ ਨੂੰ ਇਕਾਗਰ ਕਰ ਲੈਂਦੇ ਹਾਂ, ਤੇ ਉਸ ਤੋਂ ਬਾਅਦ ਸਾਨੂੰ ਤੱਤ ਦਾ ਗਿਆਨ ਹੁੰਦਾ ਹੈ। ਠੀਕ ਹੈ ਜੀ। ਹਾਂਜੀ ਨਿਜ ਸਾਹਿਬ ਅੱਗੇ ਬੋਲੋ। ਅੱਗੇ ਕਹਿੰਦੇ ਕਿ ਉਹ ਜੋ ਵੀ ਮੂੰਹ ਤੋਂ ਬੋਲਦਾ ਹੈ ਨਾ, ਬਸ ਉਹ ਪਰਮੇਸ਼ਰ ਦੀ ਸਿਫਤ ਸਲਾਈ ਬੋਲਦਾ ਹੈ। ਫਿਰ ਸਭੋ ਜਪੀਏ ਜਾਪ ਜੇ ਮੁਖੋਂ ਬੋਲੇਟਿਆ। ਬੋਲੇਟਿਆ ਮਤਲਬ ਜੋ ਵੀ ਮੁਖੋਂ ਬੋਲਦਾ ਹੈ ਉਹ ਪਰਮੇਸ਼ਰ ਦੀ ਸਿਫਤ ਸਲਾਈ ਹੁੰਦੀ ਹੈ। ਹਾਂਜੀ ਵੀਰ, ਉਹ ਜਾਪ ਹੀ ਜਪਦਾ ਹੈ। ਹਾਂ, ਫਿਰ ਕਹਿੰਦੇ ਸਭੋ ਜਪੀਏ ਜਾਪ ਜੇ ਮੁਖੋਂ ਬੁਲੇਟਿਆ ਬਲੇਟਿਆ। ਤੇ ਹੁਣ ਉਹ ਜੋ ਵੀ ਮੂੰਹ ਨੂੰ ਬੋਲਦਾ ਆ ਉਹ ਪਰਮੇਸ਼ਰ ਦੀ ਉਸਤਤ ਹੀ ਹੁੰਦੀ ਆ। ਉਹ ਐਸੇ ਵੈਸੇ ਬਚਨ ਉਹਦੇ ਮੂੰਹ ਚੋਂ ਨਿਕਲਦੇ ਹੀ ਨਹੀਂ ਆ। ਹਾਂਜੀ ਵੀਰ। ਹਾਂਜੀ, ਉਹ ਕੋਈ ਐਸਾ ਬੋਲ ਨਹੀਂ ਬੋਲਦਾ ਜਿਹੜਾ ਪਰਮਾਤਮਾ ਦੀ ਜਿਹੜੀ ਰਜਾ ਦੇ ਖਿਲਾਫ ਹੋਵੇ। ਹਾਂ, ਉਹਦੇ ਦੁਆਰਾ ਜੋ ਵੀ ਬੋਲਿਆ ਗਿਆ ਬੋਲ ਹੈ ਉਹ ਪਰਮਾਤਮਾ ਦੀ ਸਾਈਡ 'ਚ ਹੀ ਹੁੰਦਾ ਹੈ। ਬਿਲਕੁਲ ਇਹੀ ਗੱਲ ਕਹਿ ਰਿਹਾ। ਹਾਂ, ਉਹ ਕੋਈ ਮਾੜੀ ਚੀਜ਼ ਨਹੀਂ ਬੋਲਦਾ ਕਿ ਜਿਹਦੇ ਨਾਲ ਪਰਮਾਤਮਾ ਦੀ ਜੋ ਸ਼ਾਨ ਆ ਜਾਂ ਉਹਦੀ ਬਣਾਈ ਹੋਈ ਸ੍ਰਿਸ਼ਟੀ 'ਚ ਕੋਈ ਪ੍ਰੋਬਲਮ ਹੋਵੇ। ਇਹ ਇੱਕ ਬਹੁਤ ਵੱਡੀ ਗੱਲ ਹੈ। ਵੈਸੇ ਵੀ ਤੁਹਾਡੀ ਜਦੋਂ ਆਤਮਾ ਪ੍ਰਗਟ ਹੋ ਗਈ ਨਾ, ਤੁਸੀਂ ਕੋਈ ਪਰਮਾਤਮਾ ਦੇ ਖਿਲਾਫ ਵੀ ਏਦਾਂ ਦਾ ਲਫ਼ਜ਼ ਨਹੀਂ ਬੋਲੋਗੇ। ਹਾਂ, ਦੂਸਰਾ ਬੰਦਾ ਭਾਵੇਂ ਕੋਈ ਮਰਜ਼ੀ ਹੋਵੇ, ਜੇਕਰ ਉਹ ਗਲਤ ਹੈ ਤੇ ਤੁਸੀਂ ਉਹਨੂੰ ਗਲਤ ਕਹਿ ਦੇਣਾ, ਭਾਵੇਂ ਕੋਈ ਜਿੱਦਾਂ ਮਰਜ਼ੀ ਸੰਤ ਬਣ ਕੇ ਬੈਠਾ ਹੋਵੇ। ਹਾਂਜੀ ਨਿਜੋ ਸਾਹਿਬ ਦੇਖ ਲਓ, ਕਿਤੇ ਵੀ ਜਿਹੜਾ ਬ੍ਰਹਮ ਗਿਆਨੀ ਹੋਣਗੇ ਉਹਨਾਂ ਦਾ ਬੋਲ ਜਿਹੜਾ ਹੈਗਾ, ਉਹਨਾਂ ਦੇ ਬੋਲ 'ਚ ਬਹੁਤ ਵਜਨ ਹੋਏਗਾ। ਗੋਰਖੀ ਸਾਹਿਬ ਜੋ ਵੀ ਬੋਲਣਗੇ ਕੋਈ ਉਹ ਵਜਨ ਵਾਲੀ ਗੱਲ ਹੋਏਗੀ। ਨਿਜਰ ਸਾਹਿਬ ਕਬੀਰ ਸਾਹਿਬ ਐਵੇਂ ਥੋੜੀ ਕਹਿਤਾ ਕਿ ਬਨਾਰਸ ਕੇ ਠੱਗ ਗਿਆ। ਅਗਰ ਉਹਨਾਂ ਨੇ ਬੋਲਿਆ ਹੈ ਨਾ ਤੇ ਉਹ ਚੀਜ਼ ਨੇ ਅੱਜ ਦੇ ਲੋਕਾਂ ਦੀਆਂ ਅੱਖਾਂ ਵੀ ਖੋਲ ਕੇ ਰੱਖੀਆਂ ਹੈ ਕਿ ਉੱਥੇ ਲੋਕ ਜਿਹੜੇ ਬੈਠੇ ਨੇ ਉਹ ਕੇਵਲ ਖਾਣ ਪੀਣ ਦਾ ਹੀ ਸਾਧਨ ਹੈ। ਰੱਬ ਰੂਪ ਦੀ ਗੱਲ ਉੱਥੇ ਕੁਛ ਨਹੀਂ ਹੈਗੀ ਉਹਨਾਂ ਕੋਲ। ਤੇ ਉਹ ਵੇਖੋ ਕਿੰਨੀ ਡੇਅਰਿੰਗ ਆ ਗਈ ਇੱਕ ਮਾਮੂਲੀ ਜਿਹੇ ਇਨਸਾਨ 'ਚ। ਵੇਖੋ ਕਿੰਨੇ ਉੱਥੇ ਆ ਸਮਝਦੇ ਨਾ ਕਿੰਨੇ ਕੱਟੜ ਲੋਕ ਬੈਠੇ ਉੱਥੇ। ਬਿਲਕੁਲ। ਜੇ ਕਬੀਰ ਸਾਹਿਬ ਇੰਨੀ ਗੱਲ ਕਹਿ ਰਹੇ ਨੇ ਤੇ ਬਹੁਤ ਵੱਡੀ ਗੱਲ ਹੈ। ਬਹੁਤ ਬੋਲੇ ਤੇ ਬਹੁਤ ਵੱਡੀ ਗੱਲ। ਅਗਲੀ ਤੋਂ ਬੋਲੋ ਨਹੀਂ ਜਿਸ ਹੁਕਮੇ ਬੁੱਝ ਨਿਹਾਲ। ਉਹਨੇ ਹੁਕਮ ਨੂੰ ਬੁੱਝ ਲਿਆ ਪਾਏ, ਹੁਕਮ ਨੂੰ ਕਮਾ ਲਿਆ ਉਹਨੇ, ਤੇ ਖੁਸ਼ੀ ਉਹਦੇ ਜੀਵਨ ਦੇ ਵਿੱਚ ਆ ਗਈ। ਸੁਖੀ ਸੁੱਖ ਆ ਗਏ ਉਹਦੇ ਜੀਵਨ ਦੇ ਵਿੱਚ। ਹੁਕਮੇ ਬੁੱਝ ਨਿਹਾਲ ਸੁੱਖ ਸੁਕੇਟਿਆ। ਤੇ ਐਸਾ ਇਨਸਾਨ ਜਿਹੜਾ ਹੈਗਾ ਜਿਹਦੇ ਜੀਵਨ 'ਚ ਖੁਸ਼ੀ ਆ ਗਈ, ਜਿਹੜਾ ਨਿਸ਼ਚਲ ਥਾਨ ਜਿਹਨੇ ਪਾ ਲਿਆ, ਜਿਹਨੂੰ ਤੱਤ ਗਿਆਨ ਲੱਭ ਗਿਆ, ਜਿਹਨੇ ਦ੍ਰਿਸ਼ਟ ਵਿਕਾਰੀ ਬੰਧਨ ਬੰਧ ਲਏ, ਜੋ ਵੀ ਮੂੰਹ ਨਾਲ ਬੋਲਦਾ ਹੈ ਉਹ ਭਗਤੀ ਹੁੰਦੀ ਆ। ਕਹਿੰਦੇ ਐਸਾ ਤਾਂ ਫਿਰ ਮਾਲਕ ਪਰਮਾਤਮਾ ਵਰਗਾ ਹੋ ਗਿਆ ਭਾਈ। ਉਹ ਤਾਂ ਪਾਸ ਆਊਟ ਆ। ਪਰਖ ਖਜ਼ਾਨੇ ਪਾਏ ਸੇ ਬੌੜ ਨਾ ਖੋਟਿਆ। ਦੁਬਾਰਾ ਫਿਰ ਖੋਟ ਨਹੀਂ ਹੋ ਸਕਦੀ ਉਹਦੇ ਵਿੱਚ। ਹਾਂਜੀ ਵਿੱਚ ਹਾਂਜੀ, ਸਭ ਤੋਂ ਪਹਿਲਾਂ ਤੇ ਉਸ ਆਪਾਂ ਇਸ ਗੱਲ ਨੂੰ ਸਮਝੀਏ ਕਿ ਹੁਕਮੇ ਬੁੱਝ ਨਿਹਾਲ। ਕਿਉਂਕਿ ਪ੍ਰਮਾਤਮਾ ਦੇ ਹੁਕਮ ਵਿੱਚ ਚੱਲਣਾ ਹੀ ਜੀਵਨ ਦੇ ਵਿੱਚ ਸਭ ਤੋਂ ਸੁਖੀ ਹੋਣ ਦਾ ਕਾਰਨ ਹੈ। ਬਿਲਕੁਲ ਸਹੀ ਗੱਲ। ਜੋ ਵੀ ਤੁਹਾਡੇ ਜੀਵਨ 'ਚ ਹੋ ਰਿਹਾ ਨਾ ਉਹਨੂੰ ਹੁਕਮ ਸਮਝੋ, ਕਿਉਂਕਿ ਉਹ ਬਿਨਾਂ ਕਾਰਨ ਦੇ ਕੁਝ ਨਹੀਂ ਹੋ ਰਿਹਾ। ਇੱਥੋਂ ਤੱਕ ਇੱਕ ਆਪਾਂ ਪੈਨ ਚੁੱਕਦੇ ਹਾਂ ਤੇ ਤਾਂ ਹੀ ਪੈਨ ਚੁੱਕਿਆ ਜਾਂਦਾ ਹੈ। ਜੇ ਆਪਾਂ ਪੈਨ ਦੇ ਨਾਲ ਲਿਖਦੇ ਹਾਂ, ਸਾਈਨ ਕਰਦੇ ਹਾਂ ਤਾਂ ਹੀ ਸਾਈਨ ਹੁੰਦੇ, ਨਹੀਂ ਤੇ ਅਦਰਵਾਈਜ਼ ਸਾਈਨ ਨਹੀਂ ਹੁੰਦੇ।
ਤੇ ਜੇਕਰ ਸਾਡੀ ਜ਼ਿੰਦਗੀ 'ਚ ਜੋ ਕੁਝ ਹੋ ਰਿਹਾ ਹੈ, ਇਹ ਸਮਝ ਲਓ ਕਿ ਇਹ ਸਾਡਾ ਕੁਝ ਲੈਣਾ ਦੇਣਾ ਹੈ, ਜ਼ਿੰਦਗੀ ਦਾ ਕੁਝ ਹਿੱਸਾ ਹੈਗਾ। ਠੀਕ ਹੈ, ਇਹ ਹੁਕਮ ਨੂੰ ਸਮਝੋ, ਔਰ ਚੰਗਾ ਹੋਵੇ ਬੁਰਾ ਹੋਵੇ ਉਹਨੂੰ ਸਵੀਕਾਰ ਕਰ ਲਓ, ਤੇ ਉਹਦੇ ਨਾਲ ਕੀ ਹੋਊਗਾ, ਜੀਵਨ 'ਚ ਸੁੱਖ ਆ ਜਾਏਗਾ। ਤੇ ਜਦੋਂ ਤੁਸੀਂ ਰੌਲਾ ਪਾਈ ਜਾਓਗੇ, ਫਾਇਦਾ ਤਾਂ ਕੁਝ ਹੋਣਾ ਨਹੀਂ। ਰੌਲਾ ਪਾਉਣ ਦੇ ਨਾਲ ਨਾ ਤੇ ਪ੍ਰਕਿਰਤੀ ਨੇ ਆਪਣਾ ਫੈਸਲਾ ਬਦਲਣਾ, ਇਹ ਨਾ ਜੀ ਸਾਹਿਬ। ਬਿਲਕੁਲ। ਅਗਲੀ ਤੁਕ ਬੋਲੋ। ਪਰਖ ਖਜ਼ਾਨੇ ਪਾਏ ਸੇ ਬੋੜ ਨਾ ਖੋਟਿਆ, ਉਹਨਾਂ ਨੂੰ ਮਾਲਕ ਪਰਮਾਤਮਾ ਦੀ ਆਪਣੀ ਕਸੌਟੀ ਤੇ ਮਾਲਕ ਨੇ ਪਰਖਣਾ ਹੈ। ਮਾਲਕ ਹੀ ਜਿਹੜਾ ਹੈਗਾ ਉਹੀ ਕੰਟਰੋਲਰ ਹੈਗਾ, ਔਰ ਖਰਾ ਹੋ ਗਿਆ ਜਿਹੜਾ, ਉਹਨੇ ਆਪਣੇ ਖਜ਼ਾਨੇ 'ਚ ਪਾ ਲੈਣਾ ਭਾਈ। ਦੁਬਾਰਾ ਫਿਰ ਜਿਹੜਾ ਹੈਗਾ ਉਹ ਨਹੀਂ ਭੇਜਦਾ ਦੁਨੀਆ ਦੇ ਵਿੱਚ, ਜਿਹੜਾ ਹੈਗਾ ਇਹ ਖੋਟ ਔਰ ਖਰਾ ਇਹ ਦੁਬਾਰਾ ਮਾਇਆ ਦੇ ਵਿੱਚ, ਮਾਇਆ ਜਾਲ ਦੇ ਵਿੱਚ ਨਹੀਂ ਭੇਜਦਾ। ਹਾਂਜੀ ਵੀਰ ਜੀ। ਹਾਂਜੀ, ਕਹਿੰਦੇ ਆ ਕਿ ਪਰਖ ਖਜ਼ਾਨੇ ਪਾਏ ਸੇ ਬਹੁਰ ਨਾ ਖੋਟਿਆ। ਜਦੋਂ ਪਰਮਾਤਮਾ ਫਿਰ ਪਰਖ ਕਰ ਲੈਂਦਾ, ਫਿਰ ਇਹਨਾਂ ਨੂੰ ਆਪਣੇ ਕੋਲ ਰੱਖ ਲੈਂਦਾ, ਫਿਰ ਇਹ ਜਿਹੜੀਆਂ ਰੂਹਾਂ ਹੁੰਦੀਆਂ ਨੇ ਫਿਰ ਦੁਬਾਰਾ ਇਹ ਪ੍ਰਕਿਰਤੀ ਦੇ ਰੰਗ ਤਮਾਸ਼ੇ ਦੇ ਅੰਦਰ ਪ੍ਰਭਾਵਿਤ ਨਹੀਂ ਹੁੰਦੀਆਂ। ਕਿਉਂਕਿ ਨਾਰਮਲ ਤੌਰ ਤੇ ਕੀ ਹੁੰਦਾ ਕਿ ਜਿਹੜੀ ਪ੍ਰਕਿਰਤੀ ਹੈ ਕਿਸੇ ਵੀ ਰੂਪ 'ਚ ਆ ਕੇ ਤੁਹਾਨੂੰ ਪ੍ਰਭਾਵਿਤ ਕਰ ਸਕਦੀ ਹੈ, ਤੁਹਾਡਾ ਜਿਹੜਾ ਜਤ ਸੱਤ ਹੈਗਾ ਇਹਨੂੰ ਭੰਗ ਕਰ ਸਕਦੀ ਹੈ। ਪਰ ਕਹਿੰਦੇ ਕਿ ਬਾਣੀ 'ਚ ਕਹਿ ਰਹੇ ਨੇ ਕਿ ਜਦੋਂ ਪਰਮਾਤਮਾ ਪਰਖ ਲੈਂਦਾ, ਫਿਰ ਉਹਨਾਂ ਨੂੰ ਸਾਂਭ ਕੇ ਰੱਖ ਲੈਂਦਾ, ਤੇ ਫਿਰ ਕੀ ਹੁੰਦਾ, ਦੁਬਾਰਾ ਫਿਰ ਖੋਟੇ ਨਹੀਂ ਹੁੰਦੇ। ਬਿਲਕੁਲ। ਭਾਵੇਂ ਜੋ ਮਰਜੀ, ਭਾਵੇਂ ਸਾਰੀ ਦੁਨੀਆ ਇੱਕ ਸਾਈਡ ਤੇ ਹੋ ਜਾਏ, ਬ੍ਰਹਮ ਗਿਆਨੀ ਜਿਹੜਾ ਇਕੱਲਾ ਹੀ ਖਲੋਤਾ ਰਹੇਗਾ, ਕਿਉਂਕਿ ਉਹਦੇ ਕੋਲ ਆਤਮਾ ਦੀ ਸ਼ਕਤੀ ਹੈ, ਬਹੁਤ ਪਾਵਰਫੁਲ ਪਾਵਰ ਬਣ ਚੁੱਕੀ ਹੈ। ਅੱਜ ਦੇ ਵਿਚਾਰ ਇੱਥੇ ਨੇ ਜੀ ਸਾਹਿਬ ਸਮਾਂ। ਹਾਂਜੀ, ਬਹੁਤ ਵਧੀਆ ਜੀ, ਬਿਲਕੁਲ ਸਹੀ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸੈਭੰ ਗੁਰ ਪ੍ਰਸਾਦ। ਮੇਰੇ ਪਿਤਾ ਨੂੰ ਆਜ ਬਾਣੀ ਪੜ੍ਹਦੇ ਆ, ਵਿਚਾਰ ਕਰਦੇ ਆ, ਬਾਣੀ ਸਰਵਣ ਕਰਦੇ ਨੇ ਕਿ ਪ੍ਰਕਾਰ ਦੀਆਂ ਭੁੱਲਾਂ ਤੇ ਗਲਤੀਆਂ ਹੋ ਗਈਆਂ ਨੇ, ਜਾਣ ਬੱਚੇ ਸੁਣ ਕੇ ਮਾਫ ਕਰੋ, ਕਿ ਤੋਂ ਸਪਸ਼ਟ ਬਾਣੀ ਪੜ੍ਹਨ ਦੀ ਅੱਗੇ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਪਿਤਾ ਜੀ का ਅਰਦਾਸ ਹੈ ਇੱਕ ਸਾਧਕ ਨੇ, ਉਹਨਾਂ ਸਰੀਰ ਦੇ ਵਿੱਚ ਕਸ਼ਟ ਆਪ ਜਾਣੀ ਜਾਣ ਜੀ, ਉਹਨਾਂ ਨੂੰ ਇਸ ਕਸ਼ਟ ਤੋਂ ਮੁਕਤ ਕਰੋ ਤਾਂ ਜੋ ਆਪਣੀ ਭਗਤੀ ਜਾਰੀ ਰੱਖ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। 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 ਵਾਹਿਗੁਰੂ।
ਵਾਹਿਗੁਰੂ 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 ਵਾਹਿਗੁਰੂ। ਆਹ ਸੰਗਤ ਜੀ ਤੁਸੀਂ ਚੁੱਪ ਰਹੋ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।